ਕਾਂਚੀ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਪ੍ਰੇਮ ਭਰੀ ਨਮਸਕਾਰ। ਜੈ ਗੁਰਦੇਵ, ਜੈ ਭੀਮ, ਜੈ ਭਾਰਤ। ਪਿਆਰੇ ਦਰਸ਼ਕੋ, ਮੈਂ ਤੁਹਾਡਾ ਵਿਸ਼ਨਦਾਸ ਬੈਂਸ देश प्रदेश प्रोग्राम लैके थोड़े सामने पेश होया हाँ और हमेशा की तरह मेरा साथ देने लई मेरे साथी समाज वीकली के चीफ एडिटर दविंदर चंद्र जी। दविंदर जी, थोड़ा स्वागत है कांची टीवी से। थैंक यू वेरी मच जी, मेहरबानी। हाँ प्यारे दर्शकों, प्रोग्राम शुरू करने तो पहला एक बहुत ही दुख भरी मंदभागी खबर जिहड़ी आ ਉਹ ਅਸੀਂ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦੇ ਹਾਂ। ਵੈਸੇ ਤਾਂ ਅਸੀਂ ਇਹਦੇ 'ਤੇ ਕਈ ਦਫਾ ਗੱਲਬਾਤ ਕੀਤੀ ਹੈ, 2 ਹਫ਼ਤੇ ਪਹਿਲਾਂ ਪ੍ਰੋਗਰਾਮ ਵੀ ਕੀਤਾ ਸੀਗਾ। ਉਹ ਹੈ ਕਿ ਇੰਡੀਆ ਦੇ ਵਿੱਚ ਬਲਾਤਕਾਰ, ਔਰ ਅੱਜ ਸਵੇਰ ਦੀ ਖਬਰ ਇਹ ਹੈਗੀ ਆ ਕਿ ਉਹ ਜਿਹੜਾ ਹੌਟ ਸਪੌਟ ਹੈਗਾ ਜਿਹਨੂੰ ਕਹਿੰਦੇ ਆ ਭਗਦੀ ਪੱਠੀ, ਯੂਪੀ ਦਾ ਜਿਹੜਾ ਹੈਗਾ ਲਖੀਮਪੁਰ ਖੇਰੀ, ਜਿੱਥੇ ਕਿ ਲੋਕ ਕਹਿੰਦੇ ਆ ਕਿ ਅਸੀਂ ਰਾਮ ਰਾਜ ਲਿਆਉਣਾ ਹੈਗਾ ਜਾਂ ਲਿਆਂਦਾ ਹੈਗਾ। ਔਰ ਅੱਜ ਦੀ ਖਬਰ ਇਹ ਹੈ ਕਿ 2 ਨਾਬਾਲਗ ਬੱਚੀਆਂ ਔਰ 2 ਭੈਣਾਂ ਔਰ ਘਰੋਂ ਅਗਵਾ ਕਰਕੇ ਉਹਨਾਂ ਨੂੰ, ਪਿਆਰੇ ਦਰਸ਼ਕੋ, ਔਰ ਉਹਨਾਂ ਦਾ ਬਲਾਤਕਾਰ ਕਰਕੇ, ਬਦਫੈਲੀ ਕਰਕੇ, ਗਾਲ ਘੁੱਟ ਕੇ ਉਹਨਾਂ ਨੂੰ ਦੋਹਾਂ ਨੂੰ ਮਾਰ ਦਿੱਤਾ। ਔਰ ਮਾਰ ਕੇ ਇਹ ਆ ਕਿ ਉਹਨਾਂ ਨੂੰ ਦਰਖਤ ਦੇ ਨਾਲ ਲਟਕਾ ਦਿੱਤਾ। ਸਾਬਤ ਇਹ ਕਰਨ ਦੀ ਕੋਸ਼ਿਸ਼ ਕੀਤੀ ਕਿ ਇਹਨਾਂ ਨੇ ਆਤਮ ਹੱਤਿਆ ਕੀਤੀ। ਪਰ ਪਿਆਰੇ ਦਰਸ਼ਕੋ, ਕਦੀ ਕਤਾਈ ਕੁਦਰਤ ਵੀ ਗਵਾਹ ਬਣ ਜਾਂਦੀ ਹੈ। ਡਾਕਟਰੀ ਮੁਆਇਨਾ ਜਿਹੜੀ ਗੱਲ ਮੈਂ ਕਹੀ ਉਹ ਬਿਲਕੁਲ ਸਾਬਤ ਕਰਦੀ ਆ। ਔਰ ਦੋਸ਼ੀ ਵੀ ਪਕੜ ਗਏ। 6 ਦੋਸ਼ੀ ਜਿਹੜੇ ਆ ਉਹ ਉਸੇ ਪਿੰਡ ਦੇ ਔਰ ਗੁਆਂਢੀ ਆ ਥੋੜ੍ਹਾ ਰਹਿੰਦੇ, ਉਹ ਵੀ ਫੜ ਲੈ ਗਏ। ਔਰ ਅਸੀਂ ਜਿਹੜੀ ਪਰਿਵਾਰ ਹੈਗਾ, ਬੱਚੀਆਂ ਹੈਗੀਆਂ, ਅਸੀਂ ਇਹ ਆ ਕਿ ਉਹਨਾਂ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦੇ ਹਾਂ। ਬਹੁਤ ਹੀ ਦੁੱਖ ਭਰੇ ਦਿਲ ਦੇ ਨਾਲ ਮੈਂ ਇਹ ਤੁਹਾਨੂੰ ਖਬਰ ਦੱਸ ਰਿਹਾ, ਕਿਉਂਕਿ ਲਖੀਮਪੁਰ ਖੇਰੀ ਉਹ ਹੈ ਜਿੱਥੇ ਜ਼ਿਮੀਂਦਾਰ 3-4 ਗੱਡੀ ਹੇਠਾਂ ਇੱਕ ਮੰਤਰੀ ਦੇ ਮੁੰਡੇ ਨੇ ਦਰੜ ਦਿੱਤੇ ਸੀਗੇ। ਲਖੀਮਪੁਰ ਖੇਰੀ ਉਹ ਹੈ ਜਿੱਥੇ ਕਿ ਇੱਕ ਬੱਚੀ ਨੂੰ ਮਾਰ ਕੇ ਉਹਨੂੰ ਸੁੱਟ ਦਿੱਤਾ ਸੀਗਾ ਔਰ ਉਹਨੂੰ ਹਸਪਤਾਲਾਂ 'ਚ ਘੁਮਾਉਂਦੇ ਹੋਏ ਦਿੱਲੀ ਲੈ ਗਏ। ਦਿੱਲੀੋਂ ਫਿਰ ਲਿਆ ਕੇ ਪੁਲਿਸ ਨੇ ਘਰਦਿਆਂ ਨੂੰ ਦੱਸੇ ਤੋਂ ਬਿਨਾਂ ਹੀ ਉਹਦਾ ਅੱਧੀ ਰਾਤ ਨੂੰ ਦਾਹ ਸੰਸਕਾਰ ਕੀਤਾ ਸੀਗਾ, ਜਿਹਦੇ ਬਾਰੇ ਗੜਬੜ ਬਹੁਤ ਹੋਈ। ਔਰ ਹੁਣ ਵੀ ਇਹ ਜਿਹੜੀ ਲਖੀਮਪੁਰ ਖੇਰੀ ਦਾ ਇਲਾਕਾ ਹੈਗਾ ਔਰ ਜਿਹੜੀ ਪੋਲੀਟਿਕਸ ਚੱਲਦੀ ਆ ਉਹ ਇਹਨਾਂ ਗੱਲਾਂ 'ਤੇ ਬਿਲਕੁਲ ਨਹੀਂ ਆਉਂਦੀ। ਦਵਿੰਦਰ ਜੀ, ਰੋਟੀ ਕੱਪੜਾ ਮਕਾਨ ਜ਼ੁਲਮ ਸਿਤਮ ਜਿਹੜਾ ਉਹਨੂੰ ਬਿਲਕੁਲ ਨਹੀਂ ਉਹਨਾਂ ਨੂੰ ਮੱਦੇ ਨਜ਼ਰ। ਇਸ ਲਈ ਕਾਂਗਰਸ ਪਾਰਟੀ ਜਿਹੜੀ ਆ ਉਹ ਮਾਰਚ ਕਰ ਰਹੀ ਆ ਕਸ਼ਮੀਰ ਤੋਂ ਜੀ ਕੰਨਿਆ ਕੁਮਾਰੀ ਤੱਕ, ਔਰ ਉਹਦੀ ਮੁਖਾਲਫਤ ਹੋ ਰਹੀ ਆ। ਮੁੱਦੇ ਕਿਹੜੇ ਹੈ? ਮੁੱਦੇ ਕੱਪੜੇ ਪਹਿਨਣ ਦੇ। ਇੱਕ ਦੀ ਟੀ-ਸ਼ਰਟ ਇੰਨੇ ਹਜ਼ਾਰ ਦੀ ਆ, ਫੋਰਨ ਹੈ, ਔਰ ਦੂਸਰੀ ਦੀ ਨਿੱਕਰ ਇਹੋ ਜਿਹੀ ਆ ਔਰ ਉਹਨੂੰ ਅੱਗ ਲੱਗ ਗਈ। ਸੋ ਪਿਆਰੇ ਦਰਸ਼ਕੋ, ਇਹ ਜਿਹੜਾ ਹੈਗੀ ਆ ਪੋਲੀਟਿਕਸ ਸਾਨੂੰ ਨਹੀਂ ਚਾਹੀਦੀ। ਇਹੋ ਜਿਹਾ ਰਾਮ ਰਾਜ ਹੈ, ਇਹ ਸਾਨੂੰ ਨਹੀਂ ਚਾਹੀਦਾ। ਔਰ ਜਿਨ੍ਹਾਂ ਨੂੰ ਚਾਹੀਦਾ ਹੈਗਾ ਉਹ ਦੁਨੀਆ ਦੇ ਵਿੱਚ ਭਾਰਤ ਤੋਂ ਕਿਤੇ ਜਾ ਕੇ ਹੋਰ ਰਾਮ ਰਾਜ ਆਪਣਾ ਵਸਾ ਲੈਣ। ਔਰ ਇਹ ਬੜਾ ਦੁੱਖ ਭਰੇ ਦਿਲ ਦੇ ਨਾਲ ਮੈਂ ਇਹ ਦਵਿੰਦਰ ਜੀ ਕਹਿ ਰਿਹਾ। ਅੱਜ ਦਾ ਪ੍ਰੋਗਰਾਮ ਅੱਗੇ ਸਟਾਰਟ ਕਰੀਏ। ਜਿਹੜਾ ਆਪਣਾ ਵਿਸ਼ਾ ਹੈ ਉਹ ਤੋਂ ਪਹਿਲਾਂ ਮੈਂ ਇਹਦੇ ਵਿੱਚ ਇੱਕ ਚੀਜ਼ ਹੋਰ ਐਡ ਕਰਨੀ ਚਾਹੁੰਦਾ ਜੀ। ਅੱਜ ਦੀ ਖਬਰ ਇਹ ਹੈਗੀ ਉਹ ਤੁਸੀਂ ਤਾਂ ਗੱਲ ਯੂਪੀ ਦੀ ਕੀਤੀ ਹੈਗੀ, ਲਖੀਮਪੁਰ ਦੀ ਕੀਤੀ ਹੈਗੀ ਆ। ਮੈਂ ਦਿੱਲੀ ਦੀ ਗੱਲ ਨਿਊਜ਼ ਸੁਣੀ ਹੈਗੀ ਆ। ਉਹਦੇ ਵਿੱਚ ਇੱਕ ਹਾਈ ਕਾਸਟ ਸੋ ਕਾਲਡ ਉਹਨਾਂ ਦੇ ਮੁਹੱਲੇ ਦੇ ਵਿੱਚ ਇੱਕ ਬਹੁਤ ਵਧੀਆ ਮਤਲਬ ਮੁਹੱਲਾ ਹੈਗਾ ਬਹੁਤ, ਔਰ ਉਹਦੇ ਵਿੱਚ ਕੋਠੀ, ਮੁਹੱਲੇ ਦਾ ਨਾਂ ਹੈਗਾ ਅਸ਼ੋਕ ਨਗਰ ਦਿੱਲੀ ਦੀ ਖਬਰ ਆ। ਉਹਦੇ ਵਿੱਚ ਇੱਕ ਕੋਠੀ ਸੀਗੀ, ਉਹ ਜਿਹੜੇ ਜੱਟ ਸੀਗੇ ਜਾਤ ਦੇ, ਤੇ ਉਹਨਾਂ ਦੇ ਘਰ ਜਾ ਕੇ 8-10 ਗੁੰਡਿਆਂ ਨੇ ਉਹਨਾਂ ਨੂੰ ਕੁੱਟਿਆ ਮਾਰਿਆ। ਹਸਬੈਂਡ ਨੂੰ ਵੀ, ਵਾਈਫ ਨੂੰ ਵੀ ਭੰਨ ਤੋੜ ਕੀਤੀ। ਹਸਬੈਂਡ ਦੀਆਂ ਦੋਨੇ ਜਿਹੜੀਆਂ ਬਾਹਾਂ ਉਹ ਤੋੜ ਦਿੱਤੀਆਂ। ਗਲ 'ਤੇ ਵੀ ਉਹਨਾਂ ਨੇ ਅਟੈਕ ਕੀਤਾ। ਕਿਉਂਕਿ ਉਹਨਾਂ ਨੇ ਚਮਾਰ ਹੁੰਦੇ ਹੋਏ, ਜਾਟਵ ਹੁੰਦੇ ਹੋਏ, ਅਛੂਤ ਹੁੰਦੇ ਹੋਏ ਉਹਨਾਂ ਦੇ ਮੁਹੱਲੇ ਦੇ ਵਿੱਚ ਕੋਠੀ ਬਣਾ ਲਈ।
ਹਾਂ ਮਤਲਬ ਉਹ ਕਹਿੰਦੇ ਵੀ ਉਹਨਾਂ ਨੇ ਕਿਹਾ ਇਸ ਚੀਜ਼ ਨੂੰ ਵੀ ਤੁਸੀਂ ਇਹ ਘਰ ਵੇਚ ਕੇ ਚਲੇ ਜਾਓ, ਔਰ ਨਾਲੇ ਬਾਹਰ ਨਹੀਂ ਦਿੱਤੀ ਕਿ ਜੇ ਤੁਸੀਂ FIR ਵਗੈਰਾ ਲਿਖਾਈ ਜਾਂ ਗਵਰਨਮੈਂਟ ਨੂੰ ਰਿਪੋਰਟ, ਪੁਲਿਸ ਨੂੰ ਰਿਪੋਰਟ ਕੀਤੀ ਤਾਂ ਨੈਕਸਟ ਟਾਈਮ ਤੁਹਾਨੂੰ ਜਾਨੋਂ ਮਾਰ ਦਿਆਂਗੇ। ਤੇ ਉਹ ਮਤਲਬ ਦੇਖੋ ਇਹੋ ਜਿਹੇ ਹਾਲਾਤ ਹੈਗੇ ਆ। ਹਾਲਾਂਕਿ ਉਹ ਵੀ ਦਿੱਲੀ ਦੇ ਵਿੱਚ, ਜਿੱਥੇ ਹੁਣ ਚਲੋ UP ਵਿੱਚ ਅਸੀਂ ਕਹਿੰਦੇ ਨਾ BJP ਸਰਕਾਰ ਆ, ਪਰ ਦਿੱਲੀ ਵਿੱਚ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਆ ਨਾ। ਬਿਲਕੁਲ। ਪਰ ਜਿੱਥੇ ਵੀ ਹੈਗਾ, ਚਾਹੇ ਕਿਸੇ ਵੀ ਸਰਕਾਰ ਹੋਵੇ, ਜਿਹੜੇ ਘਟਨਾਵਾਂ ਹੈਗੀਆਂ ਇਹ ਰੁਕਦੀਆਂ ਨਹੀਂ। ਬਿਲਕੁਲ ਬਿਲਕੁਲ। ਔਰ ਇਹਦੀ ਜਿਹੜੀ ਜੜ ਹੈਗੀ ਆ, ਜੜ ਜਿਹੜੀ ਆ, ਉਹ ਸਾਨੂੰ ਪਤਾ ਕਿੱਥੇ ਬੈਠੀ ਆ। ਬਿਲਕੁਲ, ਉਹਦੇ ਬਾਰੇ ਆਪਾਂ ਗੱਲ ਕਰਾਂਗੇ, ਉਹਦੇ ਬਾਰੇ ਆਪਾਂ ਗੱਲ ਕਰਦੇ ਹਾਂ। ਉਹੀ ਆਪਣਾ ਅੱਜ ਦਾ ਵਿਸ਼ਾ ਹੈਗਾ। ਹਾਂ ਪਿਆਰੇ ਦਰਸ਼ਕੋ, ਇਹ ਅੱਜ ਦਾ ਵਿਸ਼ਾ ਜਿਹੜਾ ਉਹ ਹੁਣੇ ਹੀ ਤੁਹਾਡੇ ਸਾਹਮਣੇ ਮੈਂ ਪੇਸ਼ ਕਰਦਾ ਹਾਂ। ਦੁਨੀਆ ਦੇ ਵਿੱਚ ਇੱਕ ਬਿਮਾਰੀ ਹੈ, ਕਰੋਨਾ ਆਈ ਸੀ, COVID-19, ਉਹਦਾ ਇਲਾਜ ਟੋਲ ਲਿਆ, ਉਹ ਖਤਮ ਕਰ ਦਿੱਤੀ। ਪਰ ਸਾਰੀ ਦੁਨੀਆ ਦੇ ਵਿੱਚ ਇੱਕ ਹੋਰ ਬਿਮਾਰੀ ਆ, ਉਹ ਹੈ ਗਰੀਬੀ ਅਮੀਰੀ, ਆਮ ਹੀ ਦੁਨੀਆ ਦੇ ਵਿੱਚ। ਔਰ ਭਾਰਤ ਦੇ ਵਿੱਚ ਦੋ ਬਿਮਾਰੀਆਂ, ਇੱਕ ਗਰੀਬੀ ਅਮੀਰੀ, ਕਹਿਰ ਦੀ ਗਰੀਬੀ ਔਰ ਕਹਿਰ ਦੀ ਅਮੀਰੀ, ਪਾੜਾ ਬਹੁਤ ਵੱਡਾ। ਔਰ ਨਾਲ ਹੀ ਇਹਦੇ ਦੂਸਰੀ ਬਿਮਾਰੀ ਹੈ ਜਿਹਦੇ ਬਾਰੇ ਕਈ ਦਫਾ ਅਸੀਂ ਜ਼ਿਕਰ ਕੀਤਾ, ਉਹ ਹੈ ਜਾਤ ਪਾਤ ਦੀ, ਛੂਆਛਾਤ ਦੀ ਬਿਮਾਰੀ। ਔਰ ਇਸ ਬਿਮਾਰੀ ਦਾ ਇਲਾਜ ਵੀ ਬਹੁਤ ਦਫਾ ਟੋਲਿਆ, ਪਰ ਇਹਦੀ ਜੜ ਜਿਹੜੀ ਆ ਉਹ 6 ਫੁੱਟ ਪੈਂਦੀ ਆ ਜੀ। ਔਰ ਭਾਰਤ ਦੇ ਵਿੱਚ ਬਹੁਤ ਦਫਾ ਕਈ ਇਹੋ ਜਿਹੇ ਮਹਾਪੁਰਸ਼, ਪੀਰ ਪਕੰਬਰ, ਗੁਰੂ ਉਹ ਆਏ ਹੈ। ਤਥਾਗਤ ਭਗਵਾਨ ਬੁੱਧ, ਮੈਂ ਠਹਿਰ ਕੇ ਜੀ ਕਾਲ ਲਊਂਗਾ, ਮੈਂ ਥੋੜ੍ਹਾ ਜਿਹਾ ਹਾਲੇ ਸ਼ੁਰੂ ਕੀਤਾ, ਸੌਰੀ ਅਬਾਊਟ ਦੈਟ, ਦੁਬਾਰਾ ਕਰਿਓ ਪਲੀਜ਼ ਟੈਲੀਫੋਨ। ਔਰ ਜਾਤਵਾਦ ਦਾ ਜਿਹੜਾ ਕੋਡ ਹੈਗਾ, ਇਹਨੂੰ ਮਿਟਾਉਣ ਲਈ ਤਥਾਗਤ ਭਗਵਾਨ ਬੁੱਧ, ਗੁਰੂ ਨਾਨਕ ਦੇਵ ਜੀ, ਗੁਰੂ ਰਵਿਦਾਸ ਜੀ, ਜੋਤੀਬਾ ਫੂਲੇ ਔਰ ਕਬੀਰ ਸਾਹਿਬ, ਇਹੋ ਜਿਹੇ ਕਈ ਹੋਰ ਜਿਹੜੇ ਮਹਾਪੁਰਸ਼ ਹੈ ਇਸ ਧਰਤੀ ਦੇ ਉੱਤੇ ਆਏ। ਜਾਤਵਾਦ ਦੇ ਖਿਲਾਫ ਉਹਨਾਂ ਨੇ ਇਹ ਆ ਕੇ ਆਪਣੀ ਜਿਹੜੀ ਆਵਾਜ਼ ਬੁਲੰਦ ਕੀਤੀ, ਬਗਾਵਤ ਕੀਤੀ ਔਰ ਉਹਦਾ ਇਲਾਜ ਵੀ ਦੱਸਿਆ, ਪਰ ਉਹ ਜੜ ਨਹੀਂ ਗਈ। ਔਰ ਇੱਕ ਇਹਨਾਂ ਮਹਾਪੁਰਸ਼ਾਂ ਦੇ ਵਿੱਚੋਂ ਸਾਊਥ ਦੇ ਵਿੱਚ ਅਸੀਂ ਬਹੁਤ ਘੱਟ ਉੱਧਰ ਨੂੰ ਜਾਂਦੇ ਹਾਂ, ਇੱਕ ਹੋਰ ਮਹਾਪੁਰਸ਼ ਹੋਏ ਆ ਜਿਨ੍ਹਾਂ ਦਾ ਨਾਮ ਪ੍ਰਿਆਰ ਰਾਮਾਸਵਾਮੀ ਜੀ। ਔਰ ਮਦਰਾਸ ਔਰ ਕੇਰਲਾ ਦੇ ਇਲਾਕੇ ਦੇ ਵਿੱਚ ਉਹਨਾਂ ਦੀ ਬਹੁਤ ਮਤਲਬ ਮਾਨਤਾ ਹੈਗੀ ਆ, ਔਰ ਉੱਥੇ ਉਹਨਾਂ ਨੇ ਬਹੁਤ ਕੰਮ ਕੀਤਾ। ਅੱਜ ਉਹਨਾਂ ਦੀ ਜੀਵਨੀ ਬਾਰੇ ਅਸੀਂ ਅੱਜ ਗੱਲਬਾਤ ਕਰਾਂਗੇ। ਉਹਨਾਂ ਨੇ ਕੀ ਕੀਤਾ ਔਰ ਕਿਉਂ ਕੀਤਾ ਔਰ ਉਹਦਾ ਅਸਰ ਕੀ ਹੋਇਆ, ਕਿਉਂਕਿ ਕੇਰਲਾ ਔਰ ਆ ਫੋਟੋ ਦੇਖੋ ਤੁਸੀਂ, ਔਰ ਕੇਰਲਾ ਔਰ ਮਦਰਾਸ ਦਵਿੰਦਰ ਜੀ 1956 ਤੱਕ ਇਹ ਇੱਕੋ ਹੀ ਸੀਗਾ। ਦਰਾਵੜੀਆਂ ਦਾ ਇਲਾਕਾ, ਦਰਾਵੜ ਜਿਹਨੂੰ ਕਹਿੰਦੇ ਆ ਜੀ ਜੀ, ਮਹਾਭਾਰਤ ਦੇ ਵਿੱਚ ਵੀ ਆਉਂਦੇ ਆ ਔਰ ਪੁਰਾਣੇ ਇਤਿਹਾਸ ਦੇ ਵਿੱਚ ਵੀ ਆਉਂਦੇ ਆ ਵੀ ਉਹ ਕਾਲੇ ਰੰਗ ਦੇ ਬੜੇ ਹੱਟੇ ਖੱਟੇ ਬੜੇ ਜ਼ਬਰਦਸਤ ਲੋਕ ਸੀਗੇ। ਉਹ ਇਸ ਵੇਲੇ ਵੀ ਇਹੋ ਜਿਹੇ ਆ ਹੈ ਜੀ। ਔਰ ਉਸ ਜਿਸ ਇਨਸਾਨ ਦੀ ਤੁਸੀਂ ਫੋਟੋ ਦੇਖੀ ਆ, ਉਹਨੇ ਬਹੁਤ ਕੰਮ ਕੀਤਾ ਆਪਣੇ ਨਾਰਥ ਦੇ ਵਿੱਚ ਜਾਂ ਦੂਜੇ ਇਲਾਕਿਆਂ ਦੇ ਵਿੱਚ। ਕਦੀ ਕਦਾਈ ਇਹਨਾਂ ਦਾ ਨਾਮ ਮੈਂਸ਼ਨ ਕਰਦੇ ਆ। ਔਰ ਇਹਨਾਂ ਨੇ ਜਿੰਨਾ ਕੰਮ ਕੀਤਾ, ਜਿੱਦਾਂ ਬਾਬਾ ਸਾਹਿਬ ਨੇ ਕੀਤਾ, ਉੱਦਾਂ ਹੀ ਇਹਨਾਂ ਨੇ ਕੰਮ ਕੀਤਾ ਔਰ ਇੱਕ ਮਿਸਾਲ ਪੈਦਾ ਕਰ ਦਿੱਤੀ। ਔਰ ਇੱਕੋ ਹੀ ਫਰਕ ਹੈਗਾ ਬਾਬਾ ਸਾਹਿਬ ਇਹਨਾਂ ਦੇ ਵਿੱਚ। ਬਾਬਾ ਸਾਹਿਬ ਦੇ ਕੋਲ ਬਹੁਤ ਵੱਡਾ ਭੰਡਾਰ ਸੀਗਾ ਐਜੂਕੇਸ਼ਨ ਦਾ ਜੀ। ਔਰ ਪ੍ਰਿਆਰ ਰਾਮਾਸਵਾਮੀ ਦਵਿੰਦਰ ਜੀ, ਹੈਰਾਨ ਕਰੋਗੇ, ਸਿਰਫ ਉਹ 5 ਜਮਾਤਾਂ ਜਾਂ 5ਵੀਂ ਤੱਕ ਪੜ੍ਹੇ ਆ ਜੀ। ਉਸ ਤੋਂ ਬਾਅਦ ਉਹਨਾਂ ਕੋਲ ਕੋਈ ਕੁਆਲੀਫਿਕੇਸ਼ਨ ਨਹੀਂ ਸੀਗੀ। ਔਰ ਉਹਨਾਂ ਨੇ 5 ਜਮਾਤਾਂ ਪੜ੍ਹ ਕੇ ਵੀ ਇਹ ਆ ਕਿ ਇੰਨਾ ਲਿਟਰੇਚਰ ਲਿਖਿਆ, ਮੇਰਾ ਖਿਆਲ 24-25 ਕਿਤਾਬਾਂ ਤਾਂ ਉਹਨਾਂ ਨੇ ਲਿਖੀਆਂ ਹੈ ਜੀ। ਔਰ ਇਨ ਐਡੀਸ਼ਨ ਟੂ ਕੁਛ ਹੋਰ ਵੀ ਆ, ਤੁਸੀਂ ਐਡ ਕਰੋ। ਆਪਾਂ ਲਾਸਟ ਵੀਕ ਵੀ ਗੱਲ ਕਰਦੇ ਸੀਗੇ, ਲਾਸਟ ਤੋਂ 1-2 ਵੀਕਾਂ ਪਹਿਲਾਂ ਜੀ, ਜਿਹਦੇ ਵਿੱਚ ਲਲਈ ਸਿੰਘ ਯਾਦਵ ਹੁਣ ਦਾ ਆਪਾਂ ਜ਼ਿਕਰ ਕੀਤਾ ਸੀ ਜੀ ਜੀ। ਤਾਂ ਉਹਨਾਂ ਦੀ ਇੱਕ ਕਿਤਾਬ ਜਿਹੜੀ ਹੈ ਸੱਚੀ ਰਮਾਇਣ, ਉਹਦਾ ਆਪਾਂ ਜ਼ਿਕਰ ਕਰਦੇ ਸੀ। ਉਹ ਓਰੀਜਨਲੀ ਜਿਹੜੀ ਇਹਨਾਂ ਪ੍ਰਿਆਰ ਰਾਮਾਸਵਾਮੀ ਜੀ ਦੀ ਲਿਖੀ ਸੀਗੀ, ਬਿਲਕੁਲ, ਜਿਹਦਾ ਟਾਈਟਲ ਸੀਗਾ A to Reading। ਉਹਦਾ ਫਿਰ ਜਦੋਂ ਟ੍ਰਾਂਸਲੇਸ਼ਨ ਹਿੰਦੀ ਵਿੱਚ ਕੀਤਾ, ਉਹਦਾ ਨਾਮ ਫਿਰ ਸੱਚੀ ਰਮਾਇਣ ਜਿਹੜਾ ਸੀ, ਬਿਲਕੁਲ
ਮਤਲਬ ਰੱਖਿਆ ਗਿਆ ਉਹਦਾ ਟਾਈਟਲ ਜਿਹੜਾ ਸੀਗਾ। ਜੀ ਸੋ ਉਹ ਵੀ ਇਹਨਾਂ ਦੀ ਕਿਤਾਬ ਲਿਖੀ ਹੋਈ ਸੀਗੀ, ਜਿਹਦੇ ਵਿੱਚ ਮਤਲਬ ਕਾਫੀ ਕੰਟਰੋਵਰਸੀ ਵੀ ਕਿਤਾਬ ਤੇ ਹੋਈ, ਉਹਨੂੰ ਕੋਰਟ ਵਿੱਚ ਚੈਲੰਜ ਕੀਤਾ, ਹਾਈ ਕੋਰਟ ਦੇ ਵਿੱਚ ਮੁਕੱਦਮਾ ਲੜਦੇ ਰਹੇ, ਫਿਰ ਸੁਪਰੀਮ ਕੋਰਟ ਵਿੱਚ ਵੀ ਚੈਲੰਜ ਕੀਤਾ, ਪਰ ਅਖੀਰ ਤੇ ਜਿਹੜਾ ਸੀਗਾ ਮੁਕੱਦਮਾ ਜਿਹੜਾ ਸੀਗਾ ਉਹ ਇਹਨਾਂ ਦੇ ਹੱਕ ਵਿੱਚ ਹੋਇਆ ਸੀਗਾ, ਔਰ ਉਹ ਅੱਜ ਵੀ ਤੁਹਾਨੂੰ ਮਿਲਦੀ ਹੈਗੀ ਆ। ਸੋ ਉਹ ਵੀ ਇਹਨਾਂ ਦੀ ਜਿਹੜੀ ਲਿਖਤ ਚੀਜ਼ ਸੀਗੀ। ਬਿਲਕੁਲ, ਤੁਸੀਂ ਐਮਾਜ਼ੋਨ ਇੰਟਰਨੈਟ ਤੇ ਜਾ ਕੇ ਦੇਖੋ, ਇਹਨਾਂ ਦੇ ਕਿਤਾਬਾਂ ਦੀ, ਇਹਨਾਂ ਦੇ ਜਿਹੜੇ ਹੈਗੇ ਲੇਖ ਹੈਗੇ ਆ ਔਰ ਆਰਟੀਕਲ, ਉਹਦੀਆਂ ਲਾਈਨਾਂ ਹੀ ਲੱਗੀਆਂ, ਔਰ ਦੁਨੀਆ ਭਰ ਦੇ ਵਿੱਚ ਉਹਦਾ ਟਰਾਂਸਲੇਸ਼ਨ ਕਰਕੇ ਲਾਇਬ੍ਰੇਰੀਆਂ ਦੇ ਵਿੱਚ ਉਹ ਪਹੁੰਚਿਆ। ਹਾਂਜੀ, ਸੌਰੀ। ਦੇਖੋ ਇਹਨਾਂ ਦਾ ਜਿਹੜਾ ਪੂਰਾ ਨਾਂ ਸੀ ਨਾ, ਇਰੋਡ ਵੈਂਕਟ ਨਾਇਕਰ ਰਾਮਾਸਾਮੀ ਜੀ। ਇਹਨਾਂ ਦਾ ਜਨਮ ਜਿਹੜਾ ਸੀਗਾ 17 ਸਤੰਬਰ 1879 ਨੂੰ ਹੋਇਆ। ਹਾਂਜੀ, ਮਤਲਬ ਬਾਬਾ ਸਾਹਿਬ ਤੋਂ ਪਹਿਲਾਂ ਦੇ ਮਤਲਬ 12 ਸਾਲ ਵੱਡੇ ਆ ਉਹਨਾਂ ਤੋਂ, ਵੱਡੇ ਆ, ਔਰ ਉਮਰ ਵੀ ਜ਼ਿਆਦਾ ਸੀ ਉਹਨਾਂ ਦੀ। ਹਾਂਜੀ, ਸੋ ਇਸ ਕਰਕੇ ਜਿਹੜਾ ਇਹਨਾਂ ਦਾ ਜਿਹੜਾ ਕੰਮ ਸੀਗਾ, ਇਹਨਾਂ ਨੂੰ ਮਤਲਬ ਪਰਿਆਰ ਜੀ ਨੂੰ ਆਪਣੇ ਏਸ਼ੀਆ ਦਾ ਸੁਕਰਾਤ ਕਹਿ ਕੇ ਜਾਣਿਆ ਜਾਂਦਾ, ਜਾਂ ਉਹਨਾਂ ਨੂੰ ਉਸ ਤਰੀਕੇ ਨਾਲ ਬੁਲਾਇਆ ਉਹਨਾਂ ਜਾਂਦਾ, ਮਤਲਬ ਦੱਖਣੀ ਪੂਰਬ ਏਸ਼ੀਆ ਦੇ ਸੁਕਰਾਤ, ਸਮਾਜ ਸੁਧਾਰ ਅੰਦੋਲਨ ਦੇ ਪਿਤਾ। ਬਿਲਕੁਲ। ਔਰ ਅਗਿਆਨਤਾ, ਅੰਧ ਵਿਸ਼ਵਾਸ ਔਰ ਬੇਕਾਰ ਦੇ ਰੀਤੀ ਰਿਵਾਜਾਂ ਦੇ ਦੁਸ਼ਮਣ। ਬਿਲਕੁਲ। ਮਤਲਬ ਹੈਗੇ ਇਹਨਾਂ ਦੇ ਇਹੋ ਜਿਹੇ, ਇਹਨਾਂ ਨੂੰ ਉਸ ਤਰੀਕੇ ਨਾਲ ਸੰਬੋਧਨ ਕੀਤਾ ਜਾਂਦਾ। ਔਰ ਇਹਨਾਂ ਨੇ ਇੱਕ ਜਿਹੜੀ ਨਾ ਬੜਾ ਅੰਧ ਵਿਸ਼ਵਾਸ ਦੇ, ਅਗਿਆਨਤਾ ਦੇ ਖਿਲਾਫ ਜਿਹੜੀ ਇੱਕ ਮੂਵਮੈਂਟ ਚਲਾਈ, ਔਰਤਾਂ ਦੇ ਹੱਕ ਵਿੱਚ ਮੂਵਮੈਂਟ ਚਲਾਈ, ਮਹਿਲਾ ਅਧਿਕਾਰ, ਆਤਮ ਸਮਾਨਤਾ ਦਾ ਜਿਹੜਾ ਸੀਗਾ ਇੱਕ ਮੂਵਮੈਂਟ ਚਲਾਈ ਹੈਗੀ ਆ, ਜਿਹਦੇ ਕਰਕੇ ਇਹਨਾਂ ਨੂੰ ਜਾਣਿਆ ਜਾਂਦਾ। ਔਰ ਦੇਖੋ ਆਪਣੇ ਨਾਰਥ ਇੰਡੀਆ ਦੇ ਵਿੱਚ, ਜਿੱਥੇ ਆਪਾਂ ਮਤਲਬ ਹਿੰਦੀ ਭਾਸ਼ੀ ਇਲਾਕੇ ਦੇ ਵਿੱਚ ਇਹਨਾਂ ਨੂੰ ਬਹੁਤ ਚਿਰ ਬਾਅਦ ਪਤਾ ਲੱਗਾ। ਬਿਲਕੁਲ। ਐਕਚੁਅਲੀ ਮੈਂ ਤੁਹਾਨੂੰ ਹਕੀਕਤ ਵਿੱਚ ਦੱਸਾਂ ਕਿ ਜਦੋਂ ਸਾਹਿਬ ਕਾਂਸ਼ੀ ਰਾਮ ਜੀ ਹੁਣੀ ਪਰਦੇ ਤੇ ਆਉਂਦੇ ਹੈਗੇ ਆ, ਜਦੋਂ ਉਹਨਾਂ ਨੇ ਮੂਵਮੈਂਟ ਚਲਾਈ ਤਾਂ ਉਹਨਾਂ ਨੇ ਇੰਟਰੋਡਿਊਸ ਕਰਾਇਆ ਕਿ ਰਾਮਾਸਵਾਮੀ, ਪ੍ਰਿਆਰ ਰਾਮਾਸਵਾਮੀ ਜੀ, ਜੋਤੀਬਾ ਫੂਲੇ ਜੀ, ਸ਼ਾਹੂ ਜੀ ਮਹਾਰਾਜ, ਮਤਲਬ ਇਹ ਲੋਕ ਵੀ ਹੋਏ ਆ ਜਿਹੜੇ ਸਾਡੇ 'ਚ ਇਨਕਲਾਬੀ ਲੋਕ ਹੋਏ ਆ, ਇਹਨਾਂ ਨੇ ਮੂਵਮੈਂਟਾਂ ਚਲਾਈਆਂ ਹੈਗੀਆਂ, ਉਹ ਲੋਕਾਂ ਲਈ ਸੰਘਰਸ਼ ਕੀਤੇ ਹੈਗੇ ਆ। ਅਦਰਵਾਈਜ਼ ਉਹ ਤੋਂ ਪਹਿਲਾਂ ਹਾਂ ਠੀਕ ਆ, ਕਿਤੇ ਮਤਲਬ ਕਿਤਾਬਾਂ ਵਿੱਚ ਕਿਤੇ ਆਉਂਦਾ ਹੋ ਜਾਂ ਪੇਪਰ 'ਚ ਕੋਈ ਨਿਊਜ਼ ਛਪਦੀ ਹੋਗੀ, ਪਰ ਆਮ ਲੋਕਾਂ ਵਿੱਚ ਇਹਨਾਂ ਦੀ ਚਰਚਾ ਨਹੀਂ ਸੀ। ਇਹ ਵੀ ਬਹੁਤ ਸਾਹਿਬ ਸ਼੍ਰੀ ਕਾਂਸ਼ੀ ਰਾਮ ਉਹਨਾਂ ਦੀ ਇੱਕ ਬਹੁਤ ਵੱਡੀ ਦੇਣ ਹੈ ਕਿ ਉਹਨੂੰ ਸਾਨੂੰ ਜਾਣੂ ਕਰਾਇਆ। ਅੱਜ ਤਾਂ ਸੋਸ਼ਲ ਮੀਡੀਆ ਦਾ ਸਮਾਂ ਹੈਗਾ, ਸੋ ਕਾਫੀ ਕੁਛ ਮਿਲਦਾ ਹੈਗਾ। ਔਰ ਖਾਸ ਕਰਕੇ ਜਿਹੜੇ ਆਪਣੇ ਦਰਸ਼ਕ ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਬਹੁਤ ਸਾਰੇ YouTube ਤੇ ਇਹਨਾਂ ਦੇ ਬਾਰੇ ਪ੍ਰੋਗਰਾਮ ਹੈਗੇ ਬਣੇ ਹੋਏ, ਇਹਨਾਂ ਦੀ ਲਾਈਫ ਸਟੋਰੀ ਵਾਸਤੇ, ਇਹਨਾਂ ਦੇ ਕੰਮਾਂ ਬਾਰੇ, ਮਤਲਬ ਉਹ ਜ਼ਰੂਰ ਦੇਖਣਾ ਚਾਹੀਦਾ ਹੈ। ਪੜ੍ਹਨਾ ਚਾਹੀਦਾ, ਦੇਖਣਾ ਚਾਹੀਦਾ, ਸੁਣਨਾ ਚਾਹੀਦਾ। ਸੋ ਜਿਹਦੇ ਉੱਤੋਂ ਬਹੁਤ ਕੁਛ ਪਤਾ ਲੱਗਦਾ। ਔਰ ਇਹਨਾਂ ਨੂੰ ਕਾਫੀ ਕੁਛ, ਇਹਨਾਂ ਨੂੰ ਵੀ ਅਦਾਲਤਾਂ ਵਿੱਚ ਮਤਲਬ ਘਸੀਟਿਆ ਗਿਆ, ਜੇਲ੍ਹ ਗਏ ਕਈ ਦਫਾ। ਹਾਂਜੀ, ਸੋ ਇਹਨਾਂ ਦੀ ਕਾਫੀ ਲੰਬੀ ਚੌੜੀ ਮਤਲਬ ਇਹਨਾਂ ਦਾ ਇਤਿਹਾਸ ਹੈਗਾ ਕਰਕੇ। ਜਦੋਂ 79 'ਚ ਇਹਨਾਂ ਦਾ ਜਨਮ ਹੁੰਦਾ ਤੇ 24 ਦਸੰਬਰ 1973 ਦੇ ਵਿੱਚ ਮਤਲਬ ਇਹਨਾਂ ਦੀ ਡੈਥ ਹੁੰਦੀ ਹੈ, ਮਤਲਬ ਤਕਰੀਬਨ 73 ਸਾਲ ਦੇ 1973 ਦੇ ਵਿੱਚ, 94 ਸਾਲ ਦੇ ਮਤਲਬ ਪੂਰੀ ਉਮਰ ਹੋਈ ਮਤਲਬ ਇਹਨਾਂ ਨੇ। ਔਰ ਪੂਰਾ ਸਾਲ ਮਤਲਬ ਇਹ ਐਕਟਿਵ ਰਹੇ ਹੈਗੇ। ਬਿਲਕੁਲ। ਹਾਂਜੀ। ਔਰ ਪਿਆਰੇ ਦਰਸ਼ਕੋ, ਇਹਨਾਂ ਦੀ ਜੋ ਮੁੱਢਲੀ ਲਾਈਫ ਹੈਗੀ ਆ, ਇਹੋ ਮਤਲਬ ਇੱਕ ਕਿਸਮ ਦੇ ਬਾਗੀ ਸੀਗੇ, ਔਰ ਸਮਾਜ ਸੁਧਾਰਕ, ਬਾਕੀ ਸਮਾਜ ਨਾਲ ਬਾਗੀ ਸੀਗੇ। ਉਹ ਬਾਗੀ ਕਿਉਂ ਹੋਏ ਉਹਦੇ ਬਾਰੇ ਇਹਨਾਂ ਨੂੰ ਕਈ ਸੱਟਾਂ ਲੱਗੀਆਂ। ਉਹਨਾਂ ਦੇ ਵਿੱਚੋਂ ਇੱਕ ਜਿਹੜੀ ਹੈਗੀ ਆ, ਇਹਨਾਂ ਦੇ ਨਾਲ ਹਾਦਸਾ ਹੋਇਆ, ਉਹਦੇ ਬਾਰੇ ਮੈਂ ਤੁਹਾਨੂੰ ਮਾੜਾ ਜਿਹਾ ਦੱਸਦਾ ਕਿ 1904 ਦੇ ਵਿੱਚ ਉਹ 24-25 ਸਾਲ ਦੇ ਸੀਗੇ, ਔਰ ਉਸ ਤੋਂ ਵੀ ਪਹਿਲਾਂ ਜਿਹੜੇ 15-16 ਸਾਲ ਦੇ ਸੀਗੇ, ਇਹ ਘਰਦਿਆਂ ਨਾਲ ਗੜਬੜ ਜਿਹੀ ਹੋਈ ਤਾਂ ਘਰੋਂ ਚਲੇ ਗਏ ਹੈ ਜੀ। ਔਰ ਉੱਥੋਂ ਘੁੰਮਦੇ ਆਲੇ ਦੁਆਲੇ 1904 ਦੇ ਵਿੱਚ 25 ਸਾਲ ਦੀ ਉਮਰ ਦੇ ਵਿੱਚ ਉਹ ਕਾਸ਼ੀ ਗਏ ਜੀ। ਕਾਂਸ਼ੀ ਗਏ ਔਰ ਉੱਥੇ ਸੀਗਾ ਆਪਣੇ ਬਹੁਤ ਵੱਡਾ ਮੰਦਰ ਹੈ ਜੀ, ਵਿਸ਼ਵਨਾਥ ਦਾ ਮੰਦਰ। ਔਰ ਉਸ ਮੰਦਰ ਨੂੰ ਉਹ ਦੇਖਣ ਚਲੇ ਗਏ, ਔਰ ਉੱਥੇ ਦੇਖਦੇ ਘੁੰਮਦੇ ਫਿਰਦੇ ਤਾਂ ਉਸ ਤੋਂ ਬਾਅਦ ਭੁੱਖ ਤੇ ਲੱਗਣੀ ਸੀਗੀ ਜੀ। ਉਹ ਲੰਗਰ ਹਾਲ ਦੇ ਵਿੱਚ ਚਲੇ ਗਏ, ਮਤਲਬ ਉੱਥੇ ਲੰਗਰ ਚੱਲ ਰਿਹਾ ਸੀ, ਲੰਗਰ ਚੱਲਦਾ ਸੀਗਾ। ਔਰ ਲੰਗਰ ਹਾਲ ਦੇ ਵਿੱਚ ਜਿਹੜੇ ਗਏ, ਇਹਨਾਂ ਨੂੰ ਉੱਥੋਂ ਕੱਢ ਦਿੱਤਾ। ਉਹਦੀ ਵਜ੍ਹਾ ਇਹ ਆ ਕਿ ਉਹਨਾਂ ਨੇ ਦੇਖਿਆ ਵੀ ਨਾ ਤਾਂ ਇਹਦੇ ਜਨੇਊ ਪਾਏ ਆ, ਤਾਂ ਨਾ ਇਹਦੇ ਟੋਪੀ ਲਈ, ਨਾ ਇਹਦੇ ਤਿਲਕ ਲੱਗਾ, ਕੁਛ ਵੀ ਇਹ ਹਿੰਦੂ ਨਹੀਂ ਹੈ। ਉਹਨਾਂ ਨੂੰ ਬਾਹਰ ਕੱਢ ਦਿੱਤਾ।
ਉਹ ਉਹਨਾਂ ਨੂੰ ਜਿਸਲੇ ਇਸ ਗੱਲ ਦਾ ਪਤਾ ਲੱਗਾ, ਬਾਹਰ ਆ ਕੇ ਉਹਨਾਂ ਨੇ ਕਿਤੇੋਂ ਇੱਕ ਧਾਗਾ ਲੈ ਕੇ ਉਹਦਾ ਜਨੇਊ ਪਾ ਲਿਆ। ਜਨੇਊ ਪਾ ਕੇ ਉਹ ਦੁਬਾਰਾ ਫੇ ਗਏ। ਦੁਬਾਰਾ ਜਿਹੜੇ ਗੇਟ 'ਤੇ ਗਏ ਪਿਆਰੇ ਦਰਸ਼ਕੋ, ਉੱਥੇ ਗੇਟ ਕੀਪਰ ਜਿਹੜਾ ਸੀਗਾ ਉਹ ਵੀ ਇੱਕ ਕੱਟੜ ਹਿੰਦੂ ਸੀਗਾ। ਉਹਨੇ ਉਹਦੇ ਵੱਲ ਦੇਖਿਆ, ਦੇਖ ਕੇ ਉਹ ਕਹਿੰਦਾ ਇਹ ਜਨੇਊ ਤਾਂ ਪਾਇਆ, ਪਰ ਬ੍ਰਾਹਮਣ ਇਦਾਂ ਦੇ ਨਹੀਂ ਹੁੰਦੇ, ਪਰ ਇਹਨ ਮੁੱਛਾਂ ਰੱਖੀਆਂ ਆ। ਤੇ ਮੁੱਛਾਂ ਜਿਹੜੇ ਬ੍ਰਾਹਮਣਾਂ ਦੇ ਏਡੀਆਂ ਮੁੱਛਾਂ ਨਹੀਂ ਹੁੰਦੀਆਂ, ਤੇ ਦਾੜੀ ਮੁੱਛ ਨਹੀਂ ਇਦਾਂ ਦੀ ਰੱਖੀ ਹੁੰਦੀ। ਉਹਨੇ ਇਹਨੂੰ ਧੱਕੇ ਮਾਰ ਕੇ ਉੱਥੋਂ ਠੁਕਰਾਤਾ। ਔਰ ਬਾਅਦ ਦੇ ਵਿੱਚ ਦੇਖੋ ਇਹ ਆ ਭੁੱਖ ਲੱਗੀ ਸੀ, ਉਹਨੇ ਕੀ ਕੀਤਾ, ਜਿਹੜਾ ਰੁੱਖਾ ਸੁੱਕਾ ਬਾਹਰ ਸੁੱਟਦੇ ਸੀ ਉਹਦੇ ਵਿੱਚੋਂ ਚੱਕ ਕੇ ਉਹਨਾਂ ਨੇ ਖਾਧਾ, ਆਪਣੀ ਭੁੱਖ ਮਿਟਾਈ। ਜੇਬ 'ਚ ਪੈਸੇ ਵੀ ਨਹੀਂ ਸੀਗੇ, ਹੈ ਜੀ। ਇਸ ਤੋਂ ਉਹ ਅੱਗੇ ਚੱਲਦੇ ਗਏ, ਕਈ ਉਹਨਾਂ ਨੇ ਧਾਰਮਿਕ ਸਥਾਨਾਂ ਦੇ ਉਹਨਾਂ ਨੇ ਚੱਕਰ ਲਾਏ। ਹਾਂਜੀ, ਤੁਸੀਂ ਕਹਿਣ ਲੱਗੇ ਕੋਈ? ਇਹਨਾਂ ਦੀ ਲਾਈਫ ਬੜੀ ਮਤਲਬ ਅਪਸ ਡਾਊਨਸ ਬਹੁਤ ਰਹੀ ਆ, ਬੜੀ ਵਿਅਸਤ ਰਹੀ ਆ। ਮਤਲਬ ਫਿਰ ਉਹ ਤੋਂ ਬਾਅਦ ਜਿੱਦਾਂ ਵੀ ਟਾਈਮ ਸੀਗਾ ਚੱਲਦਾ ਰਿਹਾ, ਪਰ 1919 ਵਿੱਚ ਭਾਰਤੀ ਰਾਸ਼ਟਰੀ ਕਾਂਗਰਸ, ਨੈਸ਼ਨਲ ਕਾਂਗਰਸ ਦੇ ਜਿਹੜੇ ਸੀਗੇ ਉਹਦੇ ਵਿੱਚ ਸ਼ਾਮਲ ਹੋਏ। ਔਰ ਉਹਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਫਿਰ 1922 ਵਿੱਚ ਮਦਰਾਸ ਪ੍ਰੈਜ਼ੀਡੈਂਸੀ ਕਾਂਗਰਸ ਸਮਿਤੀ ਦੇ ਅਧਿਆਕਸ਼ ਉਹਦੇ ਪ੍ਰੈਜ਼ੀਡੈਂਟ ਵੀ ਚੁਣੇ ਗਏ। ਮਤਲਬ ਪੋਲੀਟੀਕਲੀ ਵੈਰੀ ਐਕਟਿਵ ਰਹੇ ਹੈਗੇ ਜੀ। ਔਰ ਉਹਦੇ ਨਾਲ ਫਿਰ ਮਹਾਤਮਾ ਗਾਂਧੀ ਜੀ ਹੋਣਾ ਨਾਲ ਰਲ ਕੇ ਕੰਮ ਵੀ ਕੀਤਾ, ਉਹਨਾਂ ਦੇ ਕਾਫੀ ਕਲੋਜ਼ ਵੀ ਸੀਗੇ। ਤੇ ਇਹਨਾਂ ਨੇ ਕਈ ਵਾਰੀ ਕੋਸ਼ਿਸ਼ ਕੀਤੀ ਕਿ ਜਿਹੜੇ ਦੱਬੇ ਕੁਚਲੇ ਲੋਕ ਹੈਗੇ ਆ, ਬੈਕਵਰਡ ਕਲਾਸਿਸ ਜਾਂ ਹੋਰ ਹੈਗੇ ਆ, ਉਹਨਾਂ ਲੋਕਾਂ ਲਈ ਵੀ ਕੁਝ ਕੰਮ ਕੀਤਾ ਜਾਵੇ। ਵੀ ਕਾਂਗਰਸ ਗੱਲਾਂ ਤਾਂ ਕਰਦੀ ਹੈਗੀ ਆ, ਉਹਨਾਂ ਦੇ ਲਈ ਇਲੈਕਸ਼ਨ ਦੀ ਮੂਵਮੈਂਟ ਚਲਾਓ, ਉਹਨਾਂ ਨੂੰ ਫੈਸਿਲਿਟੀ ਦਿੱਤੀਆਂ ਜਾਣ। ਉੱਥੇ ਗਾਂਧੀ ਹੌਲੀ ਹੌਲੀ ਕਰਕੇ ਨਾ ਕਰ ਦਿੱਤੀ। ਬਿਲਕੁਲ। ਤਾਂ ਇਹਨਾਂ ਨੇ ਫਿਰ ਜਿਹੜਾ ਸੀਗਾ ਕਾਂਗਰਸ ਦਾ ਨਾ 1925 ਵਿੱਚ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ। ਜੀ। ਮਤਲਬ ਇਸ ਤਰੀਕੇ ਦੀ ਇਹਨਾਂ ਦੀ ਲਾਈਫ ਹੈ। ਉੱਦਾਂ ਨਹੀਂ ਹੈਗਾ ਕਿ ਸਿਰਫ ਇਸ ਦਾ ਮਤਲਬ ਕਰੀ ਜਾਂਦੇ ਸੀਗੇ, ਇਕੱਲਾ ਇੱਕ ਪਾਸੇ ਹੀ ਝੰਡੇ ਚੱਕੇ ਸੀਗੇ। ਬਿਲਕੁਲ, ਹੈ ਨਾ। ਕਰਕੇ ਉਦੋਂ ਆਪਾਂ ਨੂੰ ਇਹ ਪਤਾ ਸੀਗਾ ਕਿ ਜਿਹੜੇ ਅਛੂਤ ਸੀਗੇ, ਉਹਨਾਂ ਨੂੰ ਜਿਹੜੇ ਮੰਦਰਾਂ ਨੂੰ ਰਸਤੇ ਜਾਂਦੇ ਸੀ ਨਾ, ਉਹਨਾਂ ਰਸਤੇ ਤੇ ਵੀ ਤੁਰ ਨਹੀਂ ਦਿੱਤਾ ਜਾਂਦਾ। ਬਿਲਕੁਲ। ਉਸ ਟਾਈਮ ਦੀ ਗੱਲ ਆ ਕਿ ਜਿਹੜਾ ਮੰਦਰ ਨੂੰ ਰਸਤਾ ਜਾਂਦਾ, ਉਸ ਰਸਤੇ ਤੇ ਵੀ ਜਿਹੜੇ ਅਛੂਤ ਲੋਕ ਸੀਗੇ ਜਾਂ ਜਿਹੜੇ ਸ਼ੂਦਰ ਕਹਿ ਸਕਦੇ, ਉਹਨਾਂ ਨੂੰ ਵੀ ਕਰਕੇ ਇਹ ਵੀ ਹੈਗਾ ਕਿ ਅਛੂਤ ਨਹੀਂ ਸੀਗੇ ਆਪਣੇ ਤੌਰ ਤੇ ਵੀ। ਸ਼ੂਦਰਾਂ ਦੀ ਮਤਲਬ ਆਉਂਦੇ ਹੈਗੇ ਜਿਹਨਾਂ ਨੂੰ ਆਪਾਂ ਅੱਜ OBC ਕਹਿੰਦੇ ਨਾ, ਜਿੱਦਾਂ ਜੋਤੀਬਾ ਫੂਲੇ, ਕਬੀਰ ਜੀ ਵੀ ਮਤਲਬ ਉਹਨਾਂ 'ਚ ਹੀ ਆਉਂਦੇ ਹੈਗੇ। ਮਤਲਬ ਹੁਣ ਮਹਾਂਪੁਰਸ਼ਾਂ ਨੂੰ ਬਣਨਾ ਤਾਂ ਨਹੀਂ ਚਾਹੀਦਾ, ਸਾਰੇ ਹਿਊਮਨ ਬੀਇੰਗ ਆ, ਪਰ ਜੇ ਸਿਸਟਮ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਉਹ ਹੈ ਸੀ, ਮਤਲਬ ਅਨਟੱਚੇਬਲ ਨਹੀਂ ਸੀ। ਪਰ ਫਿਰ ਵੀ ਉਦੋਂ ਉਹਨਾਂ ਨੂੰ ਵੀ ਜਾਣ ਦਿੰਦਾ। ਤਾਂ ਫਿਰ ਇਹਨਾਂ ਨੇ 1924 ਵਿੱਚ ਵਾਈਕਮ ਸੱਤਿਆਗ੍ਰਹਿ ਦਾ ਆਯੋਜਨ ਕੀਤਾ। ਮਤਲਬ ਮੋਰਚਾ ਲਾਇਆ, ਇੱਕ ਸੰਘਰਸ਼ ਕੀਤਾ, ਅੰਦੋਲਨ ਸ਼ੁਰੂ ਕੀਤਾ ਬਈ ਸਾਨੂੰ ਜਿਹੜਾ ਹੱਕ ਹੈਗਾ ਸੜਕਾਂ 'ਤੇ ਵੀ ਜਾਣ ਦਾ ਹੱਕ ਚਾਹੀਦਾ, ਮੰਦਰਾਂ ਵਿੱਚ ਜਾਣ ਦਾ ਵੀ ਹੱਕ ਚਾਹੀਦਾ ਹੈਗਾ। ਸੋ ਉਹਦੇ ਵਿੱਚ ਉਹ ਕਾਮਯਾਬ ਵੀ ਹੋਏ, ਕਰਕੇ ਉਹ ਅੰਗਰੇਜ਼ਾਂ ਦਾ ਟਾਈਮ ਸੀਗਾ ਤੇ ਉਸ ਚਾਂਸ ਮਿਲ ਗਿਆ। ਕੋਈ ਅੰਗਰੇਜ਼ਾਂ ਦਾ ਟਾਈਮ ਨਾ ਹੁੰਦਾ ਤਾਂ ਸ਼ਾਇਦ ਉਹ ਵੀ ਪੋਸੀਬਲ ਨਹੀਂ ਸੀ ਹੋਣਾ। ਫਿਰ ਸੈਲਫ ਰਿਸਪੈਕਟ ਅੰਦੋਲਨ ਸ਼ੁਰੂ ਕੀਤਾ 1925 ਦੇ ਵਿੱਚ, ਕਾਂਗਰਸ ਛੱਡ ਕੇ। ਦੈਟਸ ਰਾਈਟ, ਕਾਂਗਰਸ ਤੋਂ ਬਾਹਰ ਹੋ ਗਿਆ ਨਾ 1925 ਵਿੱਚ। ਤੇ ਉਸ ਤੋਂ ਬਾਅਦ ਫਿਰ ਇੱਦਾਂ ਚਲਾਇਆ ਹੈਗਾ। ਫਿਰ 1929 ਵਿੱਚ ਇਹਨਾਂ ਨੇ ਫਿਰ ਸਾਰੇ ਯੂਰਪ ਦੀ, ਰੂਸ ਦੀ, ਮਲੇਸ਼ੀਆ ਦੀ, ਹੋਰ ਕਈ ਦੇਸ਼ਾਂ ਦੀ ਜਿਹੜੀ ਸੈਰ ਕੀਤੀ। ਸਾਰੇ ਇੰਗਲੈਂਡ ਵੀ ਆਏ, ਜਰਮਨ, ਫਰਾਂਸ, ਇਟਲੀ। ਉਸ ਵੇਲੇ ਤੁਸੀਂ 1929 ਦੇ ਵਿੱਚ ਇਹ ਇਮੈਜਿਨ ਕਰੋ ਕਿ ਇੱਕ ਬੰਦਾ ਜਿਹੜਾ ਕਿ ਲੋਕਾਂ ਲਈ ਕੰਮ ਕਰਨਾ ਚਾਹੁੰਦਾ, ਉਹ ਇੰਨਾ ਘੁੰਮਦਾ ਹੈਗਾ, ਲਰਨ ਕਰਦਾ ਹੈਗਾ ਕਿ ਅਰਬ ਦੇ ਮੁਲਕਾਂ 'ਚ ਵੀ ਗਏ ਦੇਖਣ। ਹੈ ਜੀ, ਬਿਲਕੁਲ। ਇਜਿਪਟ ਵਗੈਰਾ, ਔਰ ਰਸ਼ੀਆ 'ਚ 2-3 ਮਹੀਨੇ ਰਹੇ। ਜੀ। ਔਰ ਦੇਖਣ ਨੂੰ ਉਹਨਾਂ ਦਾ, ਪਿਆਰੇ ਦਰਸ਼ਕੋ, ਇਹ ਨਹੀਂ ਕਿ ਉਹ ਹੌਲੀਡੇ ਗਏ ਹੋ ਸੀਗੇ, ਉਹ ਸਿਰਫ ਇਹ ਦੇਖਦੇ ਸੀਗੇ ਕਿ ਇਹਨਾਂ ਦਾ ਸਿਸਟਮ ਕਿਹੋ ਜਿਹਾ ਹੈਗਾ, ਇਹਨਾਂ ਦਾ ਸਮਾਜ ਕਿਹੋ ਜਿਹਾ, ਇਹਨਾਂ ਦੇ ਲੋਕਾਂ ਦੇ ਆਪਸ ਵਿੱਚ ਹੀ ਮਿਲੋ ਵਰਤੋਂ ਕਿਹੋ ਜਿਹੀ ਆ। ਭਾਈ ਸਾਡੇ ਸਮਾਜ ਦੇ ਵਿੱਚ ਉਹਦੇ ਵਿੱਚੋਂ ਚੀਜ਼ਾਂ ਕੱਢ ਕੇ ਲਿਆ ਕੇ ਮੈਂ ਆਪਣੇ ਸਮਾਜ ਦੇ ਵਿੱਚ ਪਾਵਾਂ। ਹੈ ਜੀ। ਔਰ ਉਹਨਾਂ ਨੇ ਬਹੁਤ ਸਾਰੀਆਂ ਇਹੋ ਜਿਹੀਆਂ ਜਿਹੜੀਆਂ ਫਿਲਾਸਫੀ ਆ, ਬਹੁਤ ਸਾਰੇ ਵਿਚਾਰ ਇਕੱਠੇ ਕੀਤੇ ਬਾਹਰਲੇ ਮੁਲਕਾਂ ਦੇ ਵਿੱਚੋਂ। ਔਰ ਅਖੀਰ ਉਹਨਾਂ ਨੇ ਭਾਰਤ ਦੇ ਵਿੱਚ ਇਹ ਆ ਕਿ ਮਦਰਾਸ ਤੋਂ ਉਹਨਾਂ ਨੇ ਇਹ ਮੂਵਮੈਂਟ ਚਲਾਈ, ਰਿਸਪੈਕਟ ਮੂਵਮੈਂਟ। ਪੋਲੀਟੀਕਲ ਜਿਹੜੀ ਆ ਮੂਵਮੈਂਟ, ਉਹ ਵੀ ਅਗੇਂਸਟ ਦਾ ਜਿਹੜਾ ਹੈ ਬ੍ਰਾਹਮਣੀ ਕਲ ਦੇ ਬਿਲਕੁਲ ਖਿਲਾਫ ਸੀ। ਔਰ ਉਹਨਾਂ ਨੇ ਇਹ ਕਹਿੰਦੇ ਸੀਗੇ ਕਿ ਜੇ ਰੱਬ ਨੇ ਬੰਦੇ ਇੱਕੋ ਜਿਹੇ ਬਣਾਏ ਆ
फिर छोटे बड़े क्यों, फिर नफरत क्यों इन्हां दे विच, एक दूजे तो इन्हां तो मुश्क क्यों आउंदा हैगा है जी। वो कहंदा भाई एक उन्हां दी एक विचार धारा सीगी, वो तर्कशील जिहनूं कहंदे आ है जी। वो कहंदे भी हर एक चीज़ नूं कसौटी दे उत्ते ला के तर्क दे नाल उहनूं खोज करो और देखो कि वो जिहड़ी चीज़ है वो सच्ची है या झूठी आ, ਉਹਦੇ ਵਿੱਚ ਕੀ सच्चाई आ देखो उन्होंने लिखा है कि आओ विश्लेषण करिए कौन छोटा और कौन बड़ा है जी। जो काम नहीं करता और दूसरिਆਂ ਦੀ ਮਿਹਨਤ ਕਸ਼ ਦੀ ਕਮਾਈ ਖਾਂਦਾ ਹੈ ਉਹ ਉੱਚੀ ਜਾਤ ਦਾ ਹੈ। ਜੋ ਕਰੜੀ ਮਿਹਨਤ ਕਰਕੇ ਦੂਜਿਆਂ ਨੂੰ ਲਾਭ ਪਹੁੰਚਾਉਂਦਾ ਹੈ ਔਰ ਭਾਰ ਢੋਣੇ ਵਾਲੇ ਜਾਨਵਰ ਦੀ ਤਰ੍ਹਾਂ ਬਿਨਾਂ ਆਰਾਮ ਕੀਤੇ ਖਾਦੇ ਪੀਤੇ ਤੋਂ ਬਿਨਾਂ ਮਿਹਨਤ ਕਰਦਾ ਹੈ ਉਸੇ ਘਟੀਆ ਜਾਤ ਦਾ ਕਿਹਾ ਜਾਂਦਾ ਹੈ ਜੀ। ਇਹ ਜਿਹੜੀ ਹੈ ਨਾ ਗੱਲ ਉਹਨਾਂ ਦੀ ਬਾਬਾ ਸਾਹਿਬ ਦੀ ਉਸ ਗੱਲ ਨਾਲ ਢੁਕਦੀ ਆ। ਉਹ ਕਹਿੰਦੇ ਆ ਕਿ ਦੁਨੀਆ ਵੀ ਅਜੀਬ ਹੈ ਜੋ गंदगी फैलाते हैं वो पाक पवित्र कहलाते हैं, जो गंदगी साफ करते हैं उनको गंदा कहा जाता है। क्या अजीब दुनिया है जो ये बाबा साहब की फिलोसफी बड़ी उन्होंने मिलती है नी। और इस तरह ये उन्होंने एक गल कही कि आज़ाद मुल्क की जमीन पर क्या नागरिक शूदर हो सकते हैं। आज़ाद मुल्क की जमीन पर क्या नागरिक शूदर हो सकते हैं। देखो उन्होंने एक तर्क दी भी सारे तो एको जिहा आज़ाद मुल्क आ, उत्थे शूदर भी हो सकते हैं कि नागरिकों को अछूत दास घटिया पापी अपराधी बनाउण वाले धर्म महाकाव्य सिमृतियाँ कानून हो सकते हैं। देखो ना उन्होंने एक चोट मारी, सोचो कहंदा और कुछ सोचो बैठ के भी ये की हो सकता है एक आज़ाद मुल्क आ। हैलो जी, जय गुरुदेव, जय पी कौन ते कितों साहब जी। सत श्री अकाल जी। सत श्री अकाल जी। भाजी कौन जी? इत्थे बोलदे आ जौल शहर तो। हाँ जी हाँ जी, की कहना चाहुंदे हो? ਅਸੀਂ ਤਾਂ ਇਹ ਕਹਾਂਗੇ ਅਸੀਂ ਇਕੱਠੇ ਰਹਿੰਦੇ ਆ, ਕੋਈ ਬੰਦਾ ਐਵੇਂ ਹੀ ਆ ਜੀ ਜੀ। ਤੇ ਅਸੀਂ ਕੱਪੜੇ ਬੰਨੇ ਆ, ਤੂੜੀਆਂ ਬੰਨੀਆਂ, ਉੱਤੇ ਪਏ ਆ, ਲੰਮੇ ਪਏ ਆ, ਸਾਨੂੰ ਕੋਈ ਫਰਕ ਨਹੀਂ ਹੈ ਇਹ ਚੀਜ਼ਾਂ ਵਿੱਚ ਜੀ। ਤੇ ਮੈਂ ਸਮਝਦਾ ਵੀ ਇਹ ਲੋਕ ਕਰਦੇ ਆ ਇਹ ਗਲਤ ਬੰਦੇ ਜੀ। ਬਿਲਕੁਲ ਨਾ, ਐਸਾ ਹੀ ਕਹਾਂਗੇ ਕੋਈ ਵੱਧ ਨਹੀਂ ਘੱਟ ਨਹੀਂ। ਅਸੀਂ ਮੈਂ ਤਾਂ ਪਹਿਲਾਂ ਤੋਂ ਆਪਣੇ ਕੰਮ ਕਰਨੇ ਸਾਰੇ ਮਿਕਸ ਹੋ ਗਏ। ਬਿਲਕੁਲ। ਮੈਂ ਤੇ ਹੁਣ ਤੇ ਲੋਕਾਂ ਨੂੰ ਪਤਾ ਨਹੀਂ ਕੋਈ ਹਲੇ ਸਾਡੇ ਘਰ 'ਚ ਹੈਗਾ ਠੀਕ ਬੜਾ ਵਧੀਆ, ਪਰ ਜੇ ਤਕੜੇ ਬੰਦੇ ਐਵੇਂ ਲੋਕਾਂ ਨੂੰ ਮੈਂ ਤਾਂ ਸਾਡੇ ਨਾਲ ਪੈਂਦੇ ਰਹੇ ਆ, ਅਸੀਂ ਆੜਾਂ ਵਿੱਚ ਪੈਂਦੇ ਰਹੇ ਆ, ਮਿੱਟੀ 'ਚ ਪੈ ਰਹੇ ਆ, ਉਹਨੇ ਕੱਪ ਬਣਨੇ, ਤੂੜੀ ਪਾਉਣੀ, ਪਰ ਹੁਣ ਲੋਕਾਂ ਦੀ ਉਹ ਚੀਜ਼ ਹੈ ਨਹੀਂ। ਬਿਲਕੁਲ ਬਿਲकुल हाँ जी। बस आही मैं गल करनी जी। थैंक यू भाजी। मैं एक थानू गल दसा, उन्हां दी टक्कर प्रिया रामा स्वामी, उन्हां दी टक्कर महात्मा मोहनदास करमचंद गांधी नाल भी होई जी, जिस करके उन्होंने कांग्रेस पार्टी चों 25 दे विच अस्तीफा दिता जी जी। और करमचंद मोहनदास गांधी दी बाबा साहब नाल भी टक्कर हुई। ये बारे मैं गल फिर दसांगा। हैलो जी, जय गुरुदेव, जय पी कौन ते कितों साहब जी? हैलो, जय गुरुदेव, जय पी जी। गगन बोल रहा जी कोवेंट्री तो। प्रेमान जी थोड़ा स्वागत है कांची टीवी ते। गगन बोल रहा जी कोवेंट्री तो। गगन जी, ਪਹਿਲਾਂ ਤਾਂ ਨਾ ਮੈਂ ਲਾਸਟ ਵਾਰੀ ਜਿਹੜਾ ਆਪਾਂ ਫੋਨ ਕੀਤਾ ਸੀ ਮੈਂ ਉਹ ਗੱਲ ਥੋੜੀ ਕਲੈਰੀਫਿਕੇਸ਼ਨ ਕਰਨੀ ਚਾਹੁੰਦਾ ਸੀਗਾ। ਮੈਂ ਕਿਹਾ ਸੀਗਾ ਕਿ ਆਪਾਂ ਨੂੰ ਨਾ ਮਤਲਬ ਮਿਲੀ ਹੋਈ ਆ ਰਿਜ਼ਰਵੇਸ਼ਨ ਮਿਲੀ ਆ ਤੇ ਅਸੀਂ ਇਹਦਾ ਸਹੀ ਫਾਇਦਾ ਲਿਆ ਨਹੀਂ ਹਜੇ ਤੱਕ ਜੀ। ਮੇਰਾ ਇਹ ਮਤਲਬ ਸੀਗਾ, ਮੇਰੇ ਮਤਲਬ ਨਹੀਂ ਸੀਗਾ ਕਿ ਸਾਨੂੰ ਰਿਜ਼ਰਵੇਸ਼ਨ ਖਤਮ ਕਰਨੀ ਚਾਹੀਦੀ ਆ। ਮੈਂ ਇਹ ਕਹਿੰਦਾ ਸੀ ਕਿ ਸਾਨੂੰ ਕਾਫੀ ਸਾਲ ਹੋ ਗਏ ਰਿਜ਼ਰਵੇਸ਼ਨ ਮਿਲੀ ਨੂੰ ਤੇ ਅਸੀਂ ਸਹੀ ਫਾਇਦਾ ਲਿਆ ਨਹੀਂ ਕਿ ਅਸੀਂ ਕਿੰਨੀ ਚਿਰ ਏਦਾਂ ਮਤਲਬ ਨਾ ਏਦਾਂ ਲੋਕਾਂ ਦੇ ਥੱਬਲ ਦੇਖਦੇ ਰਹਾਂਗੇ। ਇਹ ਮੇਰਾ ਮਤਲਬ ਸੀਗਾ ਕਹਿਣ ਦਾ ਜੀ। ਜਿਹੜੀ ਅੱਜ ਤੁਸੀਂ ਗੱਲ ਕਰਦੇ ਆ, ਦੇਖੋ ਇਹ ਕੋਈ ਪਹਿਲੀ ਵਾਰ ਤਾਂ ਹੈ ਨਹੀਂ।
ਇਹ ਕੋਈ ਪਹਿਲੀ ਚਾਂਸ ਨਹੀਂ ਹੈਗਾ, ਪਹਿਲਾ ਕੋਈ ਇਹ ਪਹਿਲੀ ਵਾਰ ਹੋਇਆ ਨਹੀਂ, ਸਦੀਆਂ ਤੋਂ ਹੁੰਦਾ ਆਇਆ ਔਰ ਇਹ ਹੁੰਦਾ ਰਹਿਣਾ ਜਦ ਤੱਕ ਅਸੀਂ ਇਕੱਠੇ ਹੁੰਦੇ ਨਹੀਂ। ਬਿਲਕੁਲ। ਸਾਡੇ ਜਿੰਨੇ ਲੀਡਰ ਹੈ ਨਾ, ਪੋਲੀਟੀਕਲ ਲੀਡਰ, ਆਪਣੀ ਆਪਣੀ ਪਾਰਟੀ ਬਣਾ ਕੇ ਤਾਂ ਆਪਣੇ ਆਪਣੇ ਨਾ ਮਤਲਬ ਉਹ ਡੋਰੀ ਪਿੱਟੀ ਜਾਂਦੇ ਸਾਰੇ ਜੀ। ਆਹ ਦੇਖ ਲਓ ਹੁਣ ਇੰਡੀਆ ਪੂਰਾ ਮਤਲਬ ਤਰਾ ਕਰ ਰਿਹਾ ਤੇ ਸਾਡੇ ਲੀਡਰ ਕਿੱਥੇ ਲੁਕੇ ਹੋਏ, ਮੈਨੂੰ ਤਾਂ ਸਮਝ ਕੁਛ ਨਹੀਂ ਲੱਗਦੀ ਜੀ। ਲੀਡਰ ਅਸੀਂ ਤਾਈਓ ਬਣਾਉਂਦੇ ਹੁੰਦੇ ਕਿ ਸਾਡੇ ਮਸਲਿਆਂ ਨੂੰ ਗਵਰਨਮੈਂਟ ਤੱਕ ਪਹੁੰਚਾਵੇ ਜੀ। ਹੁਣ ਇੱਕੋ ਹੀ ਮੇਰੇ ਹਿਸਾਬ ਨਾਲ ਇੱਕੋ ਤਰੀਕਾ ਬਚਦਾ ਲੋਕਾਂ ਦੇ ਕੋਲ ਕਿ ਸਾਰੀ ਦੁਨੀਆ ਸੜਕਾਂ ਤੇ ਆ ਕੇ ਬਹਿ ਜਾਵੇ ਤੇ ਇੰਡੀਆ ਨੂੰ ਇੱਕ ਵਾਰੀ ਨਾ ਜਾਮ ਕਰ ਦੇ ਪੂਰੀ ਤਰ੍ਹਾਂ। ਸਾਡੇ ਨਾਲ ਕਿਸੇ ਨੇ ਖੜਨਾ ਨਹੀਂ ਹੈਗਾ, ਜਿਹੜਾ ਮਰਜ਼ੀ ਹੋਵੇ ਸਾਨੂੰ ਵਰਤ ਕੇ ਅਗਲੇ ਪਰੇ ਹੁੰਦੇ, ਆਪਣੇ ਵੀ ਤੇ ਬਗਾਨੇ ਵੀ ਜੀ। ਚਾਹੇ ਅਸੀਂ ਧਾਰਮਿਕ ਤੌਰ ਤੇ ਲਾ ਲਈਏ, ਚਾਹੇ ਅਸੀਂ ਰਾਜਨੀਤਿਕ ਤੌਰ ਤੇ ਲਾ ਲਈਏ, ਸਮਾਜਿਕ ਤੌਰ ਤੇ ਲਾ ਲਈਏ, ਹਰ ਕੋਈ ਸਾਨੂੰ ਵਰਤ ਕੇ ਪਰੇ ਹੋ ਜਾਂਦਾ ਜੀ। ਗੱਲਾਂ ਕਰਦੇ ਬੜਬੜੀਆਂ, ਢਿੱਲ ਦਾ ਕੰਮ ਨਹੀਂ ਕਰਦੇ। ਗੁੱਸਾ ਇਹਨਾਂ ਤੇ ਆਪਣੇ ਲੀਡਰਾਂ ਤੇ ਆਉਂਦਾ, ਸਾਨੂੰ ਹੋਰ ਕਿਸੇ ਤੇ ਨਹੀਂ। ਬਿਲਕੁਲ। ਥੈਂਕ ਯੂ ਤੁਹਾਡਾ ਬਹੁਤ ਬਹੁਤ। ਥੈਂਕ ਯੂ ਜੀ, ਥੈਂਕ ਯੂ ਵੈਰੀ ਨਾਈਸ। ਅੱਛਾ ਮੈਂ ਹਾਂਜੀ ਕਰਾਂ ਥੋੜ੍ਹਾ ਜਿਹਾ ਐਡ ਕਰਾਂ। ਉਹ ਇੱਦਾਂ ਕਿ ਆਮ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਕਹਿੰਦੇ ਆ ਕਿ ਜੇ ਤੁਸੀਂ ਰਾਜਨੀਤੀ ਕਰਦੇ ਆ ਨਾ ਉਹ ਕਰਨੀ ਸੌਖੀ ਆ ਕਿ ਉਹਦੇ ਨਾਲ ਤੁਸੀਂ ਸਬਜ਼ ਬਾਗ ਜਦ ਦਿਖਾਉਂਦੇ ਤਾਂ ਲੋਕੀ ਤੁਹਾਡੇ ਮਗਰ ਈਜ਼ੀ ਲੱਗ ਜਾਂਦੇ। ਬਿਲਕੁਲ। ਪਰ ਜਿਹੜਾ ਤੁਸੀਂ ਸਮਾਜ ਸੁਧਾਰ ਦਾ ਕੰਮ ਕਰਨਾ ਇਹ ਬਹੁਤ ਔਖਾ ਆ। ਜਿਨ੍ਹਾਂ ਲਈ ਤੁਸੀਂ ਕੰਮ ਕਰਨਾ ਆ ਉਹਨਾਂ ਨੇ ਤੁਹਾਡੀ ਮੁਖਾਲਫਤ ਕਰਨੀ ਆ, ਉਹੀ ਤੁਹਾਡੇ ਅਗੇਂਸਟ ਖੜ੍ਹਦੇ ਹੈਗੇ। ਬਿਲਕੁਲ ਬਿਲਕੁਲ। ਪਰ ਰਾਮਾ ਸਵਾਮੀ ਜੀ ਇੱਦਾਂ ਸੀਗੇ ਕਰਕੇ ਉਹ ਆਪ ਵੀ ਲਿਖਦੇ ਹੈਗੇ ਆ, ਬਹੁਤ ਮਤਲਬ ਨਾਸਤਿਕ ਸੀਗੇ, ਰੱਬ ਨੂੰ ਮੰਨਦੇ ਨਹੀਂ ਸੀਗੇ, ਦੇਵ ਦੇਵਤਿਆਂ ਦੀ ਤਾਕਤ ਵਿੱਚ ਉਹਨਾਂ ਦਾ ਵਿਸ਼ਵਾਸ ਨਹੀਂ ਸੀ। ਉਹ ਕਹਿੰਦੇ ਮੈਂ ਸਭ ਕੁਝ ਕੀਤਾ, ਮੈਂ ਗਣੇਸ਼ ਦੀਆਂ ਮੂਰਤੀਆਂ ਵੀ ਤੋੜੀਆਂ, ਰਾਮ ਚੰਦਰ ਜੀ ਦੀਆਂ ਮੂਰਤੀਆਂ ਜਲਾਈਆਂ ਵੀ ਆ, ਤੇ ਹੋਰ ਜਿੰਨਾ ਵੀ ਮਤਲਬ ਕਰ ਸਕਦੇ ਸੀਗੇ। ਇੰਨਾ ਕੁਛ ਕਰਨ ਦੇ ਬਾਵਜੂਦ ਵੀ ਜਿਹੜੇ ਮੇਰੇ ਸੁਭਾਵਾਂ ਜਿਹੜੇ ਜਿੱਥੇ ਮੈਂ ਸਪੀਚ ਕਰਦਾ ਆ ਉੱਥੇ ਹਾਲੇ ਵੀ ਹਜ਼ਾਰਾਂ ਦੀ ਤਾਦਾਦ ਵਿੱਚ ਲੋਕੀ ਮੈਨੂੰ ਸੁਣਨ ਵਾਸਤੇ ਆਉਂਦੇ ਹੈਗੇ ਆ, ਕਿਉਂਕਿ ਸੱਚੀ ਗੱਲ ਕਰਦੇ ਸੀਗੇ। ਹਾਂਜੀ ਠੀਕ ਹੈ। ਹੈਲੋ ਜੀ, ਜੈ ਗੁਰਦੇਵ, ਜੈ ਪੀ ਕੌਣ ਤੇ ਕਿਤੋਂ ਸਾਹਿਬ ਜੀ। ਹਾਂਜੀ ਬਿਸ਼ਨ ਦਾਸ ਜੀ, ਤੁਹਾਨੂੰ ਤੇ ਆਪਣੇ ਤੁਹਾਡੇ ਭਾਈ ਸਾਹਿਬ ਤੁਹਾਡੇ ਸਾਥੀ ਬੈਠੇ ਨੇ ਜਿਹੜੇ ਭੁਪਿੰਦਰ ਜੀ। ਥੈਂਕ ਯੂ ਜੀ। ਕੀ ਕਹਿਣਾ ਚਾਹੁੰਦੇ ਆ? ਹੈਲੋ। ਹਾਂਜੀ 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 ਮੈਂ ਬਿਸ਼ਨ ਦਾਸ ਜੀ, ਮੈਂ ਤੁਹਾਨੂੰ ਤੇ ਤੁਹਾਡੇ ਸਟਾਫ ਨੂੰ, ਤੁਹਾਡੇ ਦਰਸ਼ਕਾਂ ਨੂੰ, ਮੈਂ ਪੀਟਰਬਰਾ ਤੋਂ ਬੋਲ ਰਿਹਾ, ਗੁਰਦੇਵ ਸਿੰਘ ਭੋਗਲ। ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਜੈ ਗੁਰਦੇਵ ਜੀ। ਤੇ ਸਤਿ ਸ੍ਰੀ ਅਕਾਲ ਭੋਗਲ ਸਾਹਿਬ, ਕੀ ਕਹਿਣਾ ਚਾਹੁੰਦੇ ਆ? ਸੁਣ ਰਿਹਾ ਸੀਗਾ। ਹੈਲੋ। ਹਾਂਜੀ ਹਾਂਜੀ ਤਾਂ ਗੱਲ ਕਰੋ, ਤੁਸੀਂ ਲਾਈਵ ਆ ਜੀ ਟੈਲੀਵਿਜ਼ਨ ਤੇ। ਲਾਈਨ ਨਾ ਕੱਟੀ ਜਾ, ਹੰਗਾਰਾ ਨਹੀਂ ਆਉਂਦਾ ਸੀਗਾ। ਅੱਛਾ ਅੱਛਾ। ਮੈਂ ਤੁਹਾਡੇ ਪ੍ਰੋਗਰਾਮ ਸੁਣ ਰਿਹਾ ਸੀ। ਮੈਂ ਤੁਹਾਡੇ ਨਾਲ ਤਾਂ ਸਾਂਝ ਪਾਉਣ ਲੱਗਾ ਬਿਸ਼ਨ ਦਾਸ ਜੀ ਵੀ ਆਹ ਜਿਹੜੇ ਜਾਤੀਵਾਦ ਆ ਨਾ, ਬ੍ਰਾਹਮਣ ਛਤਰੀ ਵੈਸ਼ ਸ਼ੂਦਰ ਵਗੈਰਾ, ਮੈਂ ਜਦੋਂ ਇਤਿਹਾਸ ਪੜ੍ਹਿਆ ਤੇ ਮੇਰਾ ਦਿਲ ਕੰਬ ਜਾਂਦਾ ਸੀ ਯਾਰ। ਮੈਂ ਅੱਜ ਵੀ ਦਿਲ ਕੰਬ ਜਾਂਦਾ ਸੀ। ਮੈਂ ਤਾਂ ਤੁਹਾਡੇ ਨਾਲ ਸਾਂਝ ਪਾਉਣ ਲੱਗਾ ਕਿ ਜਦੋਂ ਕੋਈ ਇੱਕ ਪਤੀ ਪਤਨੀ ਆ, ਉਹ ਚਲੋ ਉਹਦੇ ਭਾਣੇ ਵਿੱਚ ਹੁਕਮ, ਚਲੋ ਜੇ ਉਹਦਾ ਖਾਵੰਦ ਪੂਰਾ, ਹਸਬੈਂਡ ਪੂਰਾ ਹੋ ਜਾਂਦਾ, 40 ਸਾਲ ਦਾ ਹੋਵੇ, 45 ਦਾ ਹੋਵੇ, ਜਿੰਨੇ ਦਾ ਮਰਜੀ, ਤਾਂ ਉਹਦੀ ਜਿਹੜੀ ਘਰਵਾਲੀ ਆ ਉਹਨੂੰ ਚੱਕ ਕੇ ਚਿਖਾ ਦੇ ਉੱਪਰ ਛੱਡ ਦਿੰਦੇ ਸੀ, ਜਿਉਂਦੀ ਜਾਗਦੀ ਨੂੰ। ਸਤੀ ਪ੍ਰਥਾ ਜਿਹਨੂੰ ਸਤੀ, ਹਾਂ ਬਿਲਕੁਲ, ਜਿਹਨੂੰ ਇਹ ਫਿਰ ਇਹ ਸਤੀ। ਮੈਂ ਬਿਸ਼ਨਦਾਸ ਜੀ ਸੋਚ ਕੇ ਮੇਰਾ ਅੰਦਰ ਕੰਬਣ ਲੱਗ ਪੈਂਦਾ, ਫਿਰ ਉਹ ਜੀਂਦੀ ਰੂਹ ਨੂੰ ਚੱਕ ਕੇ ਜਾਂ ਸੁੱਟਦੇ ਹੋਣਗੇ, ਉਹ ਕਿੱਦਾਂ ਤੜਫਦੀ ਹੋਏਗੀ। ਜੀ ਜੀ। ਤੇ ਇਹ ਜਿਹੜੇ ਇਦਾਂ ਦੇ ਪਾਪ ਗੁਨਾਹ ਉਦੋਂ ਹੁੰਦੇ ਸੀ ਨਾ, ਗੁਰੂ ਅਮਰਦਾਸ ਜੀ ਨੇ, ਤੇ ਇਹ ਫਿਰ ਅੰਗਰੇਜ਼ਾਂ ਦਾ ਰਾਜ ਸੀਗਾ, ਉਹਨਾਂ ਤੁਹਾਨੂੰ ਤੇ ਇਤਿਹਾਸ ਦਾ ਪਤਾ ਹੀ ਆ ਮੇਰੇ ਵੀਰ, ਵੀ ਉਹ ਗੁਰੂ ਅਮਰਦਾਸ ਜੀ ਨੇ ਬੜਾ ਕੁਝ ਇਹ ਸਾਫ਼ ਕਰਾਇਆ ਵੀ ਇਹ ਗੰਦ ਕੱਢੋ, ਇਹ ਸਮਾਜ ਦੇ ਵਿੱਚ ਇਹ ਚੰਗਾ ਨਹੀਂ ਹੈ। ਤੇ ਇਹ ਸਤੀ ਸਿਸਟਮ ਗੁਰੂ ਅਮਰਦਾਸ ਜੀ ਨੇ ਸਹੀ ਕਰਾਇਆ ਸੀਗਾ ਫਿਰ। ਬਿਲਕੁਲ ਹੈ ਨਾ ਜੀ। ਤੇ ਇਸ ਕਰਕੇ ਮੈਂ ਤਾਂ ਅੱਜ ਵੀ ਸੋਚਦਾ ਵੀ ਅੱਜ 21ਵੀਂ ਸਦੀ ਵਿੱਚ ਜੋ ਕੁਝ ਹੋ ਰਿਹਾ ਤੇ ਅੰਦਰ ਤੇ ਕੰਬਣਾ ਹੀ ਆ ਇਹ ਗੱਲਾਂ ਦੇਖ ਕੇ ਵੀ ਯਾਰੋ ਹੱਦ ਹੋ ਗਈ, ਦੁਨੀਆ ਕਿੱਥੇ ਤੇ ਕਿੱਥੇ ਪਹੁੰਚ ਗਈ ਆ। ਜੇ ਅਸੀਂ ਇਨਸਾਨ ਬਣ ਕੇ ਇਨਸਾਨਾਂ ਵਾਲਾ ਕੰਮ ਨਾ ਕੀਤਾ ਤਾਂ ਫਿਰ ਅਸੀਂ ਇਨਸਾਨ ਕਾਹਦੇ ਆ? ਉਹ ਤੇ ਫਿਰ ਸ਼ੈਤਾਨ ਹੋਣਾ ਚਾਹੀਦਾ ਜੀ ਜੀ, ਹੈਗਾ ਨਾ ਜੀ। ਤੇ ਇਸ ਕਰਕੇ ਮੈਂ ਬਿਸ਼ਨਦਾਸ ਜੀ ਤੁਹਾਡੇ ਨਾਲ ਸਾਂਝ ਪਾਈ ਆ। ਜੋ ਮੈਂ ਆਪਣੇ ਸੁਭਾਅ ਮੁਤਾਬਕ ਇੱਕ ਸ਼ੇਅਰ ਪੇਸ਼ ਕਰਕੇ ਤੁਹਾਤੋਂ ਖਿਮਾ ਲੈ ਲੈਣੀ ਹੈ, ਮੈਨੂੰ ਮੁਆਫ ਕਰਨਾ। ਨਹੀਂ ਕੋਈ ਗੱਲ ਨਹੀਂ, ਤੁਹਾਡਾ ਪ੍ਰੋਗਰਾਮ ਹੈ। ਮੈਂ ਲਿਖਿਆ ਵੀ ਮਾਨਾ ਧਰਮ ਦਾ ਲੋਕਾਂ ਮਨੋਂ ਭੁਲਾ ਛੱਡਿਆ। ਜਿਹੜੀਆਂ ਆਪਾਂ ਤੁਸੀਂ ਬੈਠੇ ਗੱਲਾਂ ਕਰਦੇ ਆ, ਬਿਲਕੁਲ ਇਸ ਤਰ੍ਹਾਂ ਹੋ ਰਿਹਾ ਜੀ। ਮਾਨਾ ਧਰਮ ਦਾ ਲੋਕਾਂ ਮਨੋਂ ਭੁਲਾ ਛੱਡਿਆ, ਧਾਂਦਲੇ ਬਾਜੀ ਨੂੰ ਉਹ ਧਰਮ ਆਖਣ, ਪੰਡਾ ਪਾਪ ਦੀਆਂ ਸਿਰ ਤੇ ਫਿਰਨ ਚੁੱਕੀ, ਦੁਸ਼ਟ ਕਰਮ ਨੂੰ ਸ਼ੁਭ ਕਰਮ ਆਖਣ।
ਜਿਹੜਾ ਤੁਸੀਂ ਕਿਹਾ ਬਈ ਜਿਹੜੇ ਗੰਦਮੰਦ ਚੱਕਦੇ ਨੇ ਉਹਨੂੰ ਗੰਦੇ ਕਹਿੰਦੇ ਨੇ ਤੇ ਆਪ ਜਿਹੜੇ ਉਹ ਸਾਫ਼ ਨੇ। ਜੀ ਮਾਨਾ ਧਰਮ ਦਾ ਲੋਕਾਂ ਮਨੋਂ ਭੁਲਾ ਛੱਡਿਆ, ਧਾਂਦਲੇ ਬਾਜ਼ੀ ਨੂੰ ਉਹ ਧਰਮ ਆਖਣ। ਓਏ ਪੰਡਾਂ ਪਾਪ ਦੀਆਂ ਸਿਰ ਤੇ ਫਿਰਨ ਚੁੱਕੀ, ਦੁਸ਼ਟ ਕਰਮ ਨੂੰ ਸ਼ੁਭ ਕਰਮ ਆਖਣ। ਬਈ ਰੱਬ ਦੇ ਧਰਮ ਦੀ ਹੋਵੇ ਨਾ ਗੱਲ ਕਿਧਰੇ, ਰੱਬ ਦੇ ਧਰਮ ਦੀ ਹੋਵੇ ਨਾ ਗੱਲ ਕਿਧਰੇ। ਮਨ ਭਾਉਂਦਾ ਧਰਮ ਚਲਾਉਣ ਲੱਗ ਪਏ, ਧਰਮੀ ਹੋਣ ਦੀ ਭੋਗਲ ਗੱਲ ਛੱਡੋ। ਧਰਮੀ ਬਾਣੇ 'ਚ ਅਧਰਮ ਛਪਾਉਣ ਲੱਗ ਪਏ, ਬਈ ਧਰਮੀ ਹੋਣ ਦੀ ਭੋਗਲ ਗੱਲ ਛੱਡੋ। ਧਰਮੀ ਬਾਣੇ 'ਚ ਅਧਰਮ ਛਪਾਉਣ ਲੱਗ ਪਏ। ਬਿਸ਼ਨਦਾਸ ਜੀ ਇਹ ਸੱਚ ਹੈ, ਚਿੱਟੇ ਦਿਨ ਵਰਗਾ ਤੁਸੀਂ ਗੱਲ ਕਰਕੇ ਹਟੇ ਹੋ। ਧਰਮੀ ਬਾਣੇ ਵਿੱਚ ਅਧਰਮ ਛਪਾਉਣ ਲੱਗ ਪਏ। ਜੀ ਥੈਂਕ ਯੂ। ਅੱਜ ਦੇਖੋ ਜਿਹੜੀ ਤੁਹਾਡਾ ਬਹੁਤ ਧੰਨਵਾਦ, ਤੁਹਾਡਾ ਪ੍ਰੋਗਰਾਮ ਬਹੁਤ ਸੋਹਣਾ ਹੁੰਦਾ, ਬਹੁਤ ਸ਼ਾਬਾਸ਼ ਦੇ, ਤੁਸੀਂ ਵਧਾਈ ਦੇ ਪਾਤਰ ਹੋ ਭਾਈ। ਥੈਂਕ ਯੂ ਬ੍ਰਦਰ, ਥੈਂਕ ਯੂ। ਹਾਂਜੀ ਭੋਗਲ ਸਾਹਿਬ ਨੇ ਜਿਹੜਾ ਕੀਤਾ ਹੈਗਾ ਉਹਨਾਂ ਨੇ ਆਪਣੇ ਤਰੀਕੇ ਨਾਲ ਬਹੁਤ ਸੋਹਣੀ ਕਵਿਤਾ ਪੇਸ਼ ਕੀਤੀ ਹੈਗੀ ਆ। ਪਰ ਆਪਾਂ ਅੱਜ ਗੱਲ ਕਰਦੇ ਹਾਂ ਵੀਰ ਰਾਮਾ ਸਵਾਮੀ ਜੀ ਦੀ। ਜੀ ਉਹਨਾਂ ਦੇ ਜਿਹੜੇ ਵਿਚਾਰ ਸੀ ਉਹ ਬਿਲਕੁਲ ਰੱਬ ਤੋਂ ਮੁਨੱਕਰ ਹੈਗੇ। ਬਿਲਕੁਲ ਉਹ ਮੰਨਦੇ ਨਹੀਂ ਸੀ। ਉਹ ਕਹਿੰਦੇ ਦੁਨੀਆ ਦੇ ਸਾਰੇ ਧਰਮਾਂ ਤੋਂ ਮੈਂ ਕਹਿੰਦਾ ਸਖਤ ਨਫ਼ਰਤ ਕਰਦਾ ਉਹਨਾਂ ਦੇ ਖਿਲਾਫ। ਜੀ ਹਾਂਜੀ ਕਰ ਲਓ। ਹੈਲੋ ਜੀ। ਨਮੋ ਬੁੱਧਾ, ਜੈ ਭੀਮ, ਜੈ ਗੁਰਦੇਵ, ਜੈ ਭਾਰਤ। ਨਮੋ ਬੁੱਧਾ, ਜੈ ਭੀਮ, ਜੈ ਭਾਰਤ। ਮਿੰਦੋ ਜੀ ਪ੍ਰਣਾਮ ਕਾਂਸੀ ਟੈਲੀਵਿਜ਼ਨ ਨੂੰ, ਭਗਵਾਨ ਬੁੱਧ ਨੂੰ, ਸਾਰੇ ਸੰਸਾਰ ਨੂੰ, ਸਾਰੇ ਵਰਲਡ ਨੂੰ ਵਧਾਈਆਂ। ਸਾਡੇ ਬਾਬਾ ਸਾਹਿਬ ਦੀਆਂ ਜਿਹਨੇ ਦੁਨੀਆ ਨੂੰ ਇੱਕੋ ਜਿਹੇ ਅੱਖਾਂ 'ਚ ਦੇਖ ਕੇ ਇੱਕੋ ਜਿਹਾ ਧਰਮ ਦੇ ਦਿੱਤਾ। ਬਿਲਕੁਲ। ਇਹ ਲੋਕੀ ਤਾਂ ਹੁਣ ਵੀ ਕਹਿੰਦੇ ਆ ਉਹ ਕੌਣ ਵਾ, ਤੁਸੀਂ ਤਾਂ ਉਹ ਤਾਂ ਹੁਣ ਵੀ ਕਹਿੰਦੇ ਆ ਆਪਾਂ ਹੀ ਨਹੀਂ ਚੰਗੇ, ਜਦ ਆਪਾਂ ਇਕੱਠੇ ਨਹੀਂ ਤਾਂ ਸਾਨੂੰ ਕਹਿਣਾ ਹੀ ਆ। ਮੈਂ ਤੁਹਾਡੇ ਮੂਹਰੇ ਹੱਥ ਜੋੜਦੀ ਆ, ਬਹੁਤ ਚਿਰ ਇਕੱਲੇ ਰਹਿ ਗਏ, ਹੁਣ ਇਕੱਠੇ ਹੋ ਜਾਓ ਪਲੀਜ਼, ਮੈਂ ਮਿਹਨਤ ਕਰਦੀ ਆ। ਜਿੱਥੇ ਇਕੱਠ ਹੋਆ ਉੱਥੇ ਹੀ ਵੱਟ ਹੋਆ। ਬਿਲਕੁਲ। ਜਿੱਦਣ ਭਾਜੀ ਅਸੀਂ ਤੁਸੀਂ ਮੇਅਰ ਬਣੇ ਸੀ, ਅਸੀਂ ਕਹਿੰਦੇ ਸੀ ਅਸੀਂ ਦੁਨੀਆ ਨੂੰ ਲੁੱਟ ਲਿਆ। ਸਾਡਾ ਭਰਾ ਮੇਅਰ ਬਣਿਆ। ਮੈਂ ਅੱਜ ਵੀ ਤੁਹਾਡੀ ਉਹ ਇੱਜ਼ਤ ਕਰਦੀ ਆ ਜਿੰਨਾ ਚਿਰ ਜਿੰਦੀ ਕਰੂੰਗੀ। ਮੈਂ ਇੱਕ ਮੋਰੇ ਇਹੀ ਹੱਥ ਜੋੜਦੀ ਆ, ਤੁਸੀਂ ਟੈਲੀਵਿਜ਼ਨ ਆਵੋ, ਆਪਣੇ ਮੁਲਕ ਨੂੰ ਆਜ਼ਾਦ ਕਰੋ, ਇਹਨਾਂ ਨੂੰ ਸੁੱਤਿਆਂ ਨੂੰ ਟਾਲੋ, ਤੁਹਾਡਾ ਟਾਈਮ ਆ। ਬਿਲਕੁਲ ਬਿਲਕੁਲ। ਹੁਣ ਮੈਂ ਤਾਂ 83 ਹੋਣ ਲੱਗੀ ਆ, ਤੁਸੀਂ ਵੀ। ਪਰ ਇੱਕ ਗੱਲ ਆ, ਦੋ ਚੀਜ਼ਾਂ ਸਿੱਖ ਲਓ ਇਹਨਾਂ ਨੇ। ਤਾਂ ਅੱਜ ਆਪਣੇ ਇੰਡੀਆ ਦੇ ਵਿੱਚ ਜੋ ਕੁਝ ਹੋ ਰਿਹਾ ਨਾ, ਮੈਂ ਭਾਜੀ ਭੇਜਿਆ 4 ਟਨ ਆਟਾ ਤੇ ਖੰਡ, ਹੋਰ ਕਿਸੇ ਨਹੀਂ ਭੇਜਿਆ। ਮੈਂ ਕਿਹਾ ਪੈਸੇ ਨਹੀਂ ਭੇਜ ਭਾਜੀ, ਇਹ ਆਪਣੇ ਵਾਲੇ ਏਦਾਂ ਕਰਦੇ ਜਦੋਂ ਤੁਸੀਂ ਲੋਕਾਂ ਨੇ ਜਾਂਦੇ ਤਾਂ ਪੇ ਕਿਉਂ? ਬਿਲਕੁਲ। ਉੱਥੋਂ ਸਿੱਖਿਆ ਲੈ ਲਓ, ਲੜਾਈਆਂ ਨਹੀਂ ਕਰਨੀਆਂ, ਕਦੀ ਨਾ ਕਿਸੇ ਨੂੰ ਬੁਰਾ ਕਹੋ ਨਾ ਚੰਗਾ ਕਹੋ। ਆਪਾਂ ਨੂੰ ਆਪਣੇ ਘਰ ਦੀ ਆਪੇ ਰਾਖੀ ਕਰਨੀ ਪੈਣੀ ਹੈ। ਆਪਸ ਵਿੱਚ ਪਿਆਰ ਮੁਹੱਬਤ ਵਧਾਓ। ਧੀਆਂ ਭੈਣਾਂ ਦੀ ਇੱਜ਼ਤ ਲੁੱਟਦੇ ਆ, ਏਡੇ ਕੰਮ ਹੁੰਦੇ, ਉਦੋਂ ਵੀ ਤਾਂ ਤੁਸੀਂ ਆਪਾਂ ਇਨਸਾਨ ਹੀ ਆ। ਮੈਂ ਤਾਂ ਇੱਕ ਵਾਰੀ ਇੱਕ ਭਾਈ ਨੂੰ ਗਿਆ ਸੀ, ਮੈਂ ਇੰਡੀਆ 'ਚ ਘਰ ਲਿਆ, ਉੱਥੇ ਹੋ ਗਈ ਉਹਨਾਂ ਦੀ ਲੜਾਈ, ਇੰਨਾ ਜੋ ਕੁਛ ਹੋਇਆ। ਕਹਿੰਦਾ ਜੀ ਇਹ ਚੂੜੇ ਚ ਮਾਰ ਟੱਪ। ਮੈਂ ਕਿਹਾ ਤੁਹਾਡੇ ਮੰਗਣ ਜਾਂਦੇ ਆ ਅਸੀਂ? ਕਹਿੰਦਾ ਇਹਨਾਂ ਨੇ ਐਵੇਂ ਲਾਗੇ ਲਾਗੇ ਕੋਠੀਆਂ ਸਾਡੇ ਲੈ ਲਈਆਂ, ਕਹਿੰਦਾ ਬਹੁਤ ਪੈਸੇ ਵਾਲਿਆਂ ਨੇ। ਭਾਜੀ ਇਹ ਗੱਲ ਸੱਚ ਹੈ, ਨਾ ਤੁਹਾਨੂੰ ਪਸੰਦ ਕਰਦੇ ਨਾ ਕਦੀ ਕਰਨਗੇ। ਆਪਾਂ ਨਾ ਕਦੀ ਕਿਸੇ ਨੂੰ ਲੁੱਟਿਆ, ਨਾ ਆਪਾਂ ਕਦੀ ਕਿਸੇ ਨਾਲ ਹੇਰਾਫੇਰੀ ਕੀਤੀ। ਆਪਾਂ ਧਰਮ ਦੀ ਕਮਾਈ, ਆਪਾਂ ਰੁੱਖੀ ਖਾਧੀ ਮਿੱਸੀ, ਆਪਾਂ ਕੁਛ ਨਹੀਂ ਕੀਤਾ। ਭੈਣ ਨੂੰ ਭੈਣ ਸਮਝਿਆ, ਭਰਾ ਨੂੰ ਭਰਾ। ਇਹਨਾਂ ਦਾ ਕੋਈ ਹੈਗਾ ਭੈਣ ਜਾਂ ਭਰਾ ਕੋਈ ਹੈਗਾ? ਇਹ ਫੇਰ ਵੀ ਸਾਨੂੰ ਤੰਗ ਕਰਦੇ ਆ। ਮੈਂ ਆਪਾਂ ਦੇਣਾ ਕੀ ਇਹਨਾਂ ਦਾ? ਸਾਡੇ ਗੁਰੂਆਂ ਨੂੰ ਡਰਾਉਂਦੇ ਆ, ਸਾਡੇ ਗੁਰੂਆਂ ਨੂੰ ਮਾਰਦੇ ਆ। ਉਹ ਗੁਰੂ ਉਹ ਮਰਨੇ ਵਾਲਿਆਂ ਨੇ ਵੀ ਨਹੀਂ ਇਸ ਦੁਨੀਆ ਤੇ ਰਹਿਣਾ। ਬਿਲਕੁਲ ਬਿਲਕੁਲ। ਮੈਂ ਤਾਂ ਇਹੋ ਹੀ ਹੱਥ ਜੋੜਦੀ ਆ, ਜੇ ਸਤਿਗੁਰੂ ਨਾਨਕ ਕਿਤੇ ਸੁਣਦਾ ਇਹਨਾਂ ਨੂੰ ਅਕਲ ਦੇਵੇ, ਬਸ ਕਰੋ। ਬਹੁਤ ਕੁਝ ਕਰ ਲਿਆ, ਹੁਣ ਮਿਹਰ ਕਰ ਦਵੋ। ਬਿਲਕੁਲ। ਜੀਵੋ ਤਾਂ ਜਹਾਨ ਨੂੰ ਜੀਣ ਦਿਓ, ਧਰਤੀ ਆ ਤੁਹਾਡੀ, ਇਹਨੂੰ ਖਰਾਬ ਨਾ ਕਰੋ। ਏਤੀ ਮਾਰ ਪਈ ਕੁਰਲਾ ਨੇ ਤੈਂ ਕੀ ਦਰਦ ਨਾ ਆਇਆ। ਭਾਜੀ ਮੈਂ ਕੁਝ ਕਿਹਾ, ਮੈਨੂੰ ਮਾਫ ਕਰਿਓ। ਮੈਂ ਤੁਹਾਡੀ ਬਹੁਤ ਇੱਜ਼ਤ ਕਰਦੀ ਹਾਂ ਸਾਰੇ ਸੰਸਾਰ ਦੀ। ਥੈਂਕ ਯੂ ਥੈਂਕ ਯੂ। ਉਹੀ ਹੈ ਨਾ ਕਿ ਅਸੀਂ ਅੰਧ ਵਿਸ਼ਵਾਸ ਜਿਹੜੇ ਹੈਗੇ ਉਹਨਾਂ ਵਿੱਚ ਫਸੇ ਆ। ਜਿਹੜੀ ਐਕਚੁਅਲੀ ਜਦੋਂ ਕੋਈ ਵੀ ਆਦਮੀ ਇੱਕ ਜਾਤ ਪਾਤ ਦੇ ਤੌਰ ਤੇ ਨਫ਼ਰਤ ਕਰਦਾ ਕਿਸੇ ਨਾਲ ਉਹ ਜਾਂ ਫਰਕ ਕਰਦਾ। ਹੁਣ ਇਹ ਨਹੀਂ ਹੈ ਕਿ ਜਿਹੜੇ ਉੱਪਰ ਜਿਹਨਾਂ ਨੂੰ ਆਪਾਂ ਸੋ ਕਾਰਡ ਸੱਦਦੇ ਹੈਗੇ, ਬਹੁਤ ਸਵਾਰਨ ਹੈਗੇ ਜਾਂ ਟੌਪ ਦੇ ਹੈਗੇ ਜਾਂ ਆਪਣੇ ਆਪ ਨੂੰ ਸਮਝਦੇ ਹੈਗੇ ਆ, ਈਵਨ ਇਹ ਬਿਮਾਰੀ ਸਾਰੇ ਪਾਸੇ ਹੀ ਆ, ਹਰ ਲੈਵਲ ਤੇ ਹੈ। ਔਰ ਇਹ ਦਿਮਾਗੀ ਬਿਮਾਰੀ ਆ ਜੀ, ਇਹਦਾ ਇਲਾਜ ਜਿਹੜਾ ਹੈ ਉਹ ਜ਼ਰੂਰੀ ਹੈਗਾ। ਪਿਆਰ ਹੋਣੀ, ਗੁਰੂ ਰਵਿਦਾਸ ਜੀ ਨੇ, ਕਬੀਰ ਜੀ ਨੇ, ਗੁਰੂ ਨਾਨਕ ਦੇਵ ਜੀ ਨੇ, ਮਤਲਬ ਇਹਨਾਂ ਜੋਤੀਬਾ ਫੂਲੇ ਹੋਣੀ, ਬਾਬਾ ਸਾਹਿਬ ਅੰਬੇਡਕਰ ਨੇ, ਮਤਲਬ ਇਹ ਸਾਰਿਆਂ ਦਾ ਇਹਨਾਂ ਨੇ ਇਲਾਜ ਦੱਸਿਆ ਹੈਗਾ ਹੈ ਨਾ। ਹੁਣ ਜਿੱਦਾਂ ਇਹ ਮਤਲਬ ਪ੍ਰਿਆਰ ਜੀ ਕਹਿੰਦੇ ਹੈਗੇ, शास्त्र पुराण और उनके दर्ज देवी देवताओं में मेरी कोई आस्था नहीं है, क्योंकि वो सारे के सारे दोषी हैं। मैं जनता से उन्हें जलाने तथा नष्ट करने की अपील करता हूँ।
ਦੇਖੋ ਨਾ, ਉਹ ਕਹਿੰਦੇ ਜਿੰਨੇ ਵੀ ਦੇਵੀ ਦੇਵਤੇ ਸ਼ਾਸਤਰ ਪੁਰਾਣ ਹੈਗੇ ਆ ਨਾ, ਇਹਨਾਂ ਨੂੰ ਕਹਿੰਦੇ ਖਤਮ ਕਰ ਦੇਣਾ ਚਾਹੀਦਾ ਆ, ਛੱਡਣਾ ਚਾਹੀਦਾ, ਤਿਆਗ ਕਰਨਾ ਚਾਹੀਦਾ। ਫਿਰ ਉਹ ਕਹਿੰਦੇ ਕਿ ਜਿਹੜੇ द्रविड़ कड़गम ਅੰਦੋਲਨ ਜਿਹੜਾ ਉਹਨਾਂ ਨੇ ਅੰਦੋਲਨ ਸਟਾर्ट ਕੀਤਾ ਸੀ, ਉਹਦਾ ਕੀ ਮਤਲਬ ਹੈਗਾ, क्या मतलब है? इसका केवल एक ही निशाना है कि इस आर्य ब्राह्मणवादी और वर्ण व्यवस्था का अंत कर देना। बिल्कुल, हाँ जी, जिसके कारण समाज ऊंच नीच जातियों में बांटा गया है। द्राविड़ कड़गम आंदोलन उन सभी शास्त्रों, पुराणों और देवी देवताओं में आस्था नहीं रखता, बिल्कुल, जो वर्ण तथा जाति व्यवस्था को जैसे का तैसा बनाए रखते हैं। हाँ, बिल्कुल, मतलब ये ਜਿਹੜੇ ਵਿਦਵਾਨ ਹੈਗੇ ਆ, ਸਾਡੇ ਮਹਾਂਪੁਰਸ਼ ਹੈਗੇ ਆ, ਇਹਨਾਂ ਦੀਆਂ ਜਿਹੜੀਆਂ ਕਈਆਂ ਗੱਲਾਂ ਉਹਨਾਂ ਦੇ ਸੋਚਣ ਦੀ ਲੋੜ ਆ। ਬਿਲਕੁਲ ਬਿਲਕੁਲ, ਉੱਦਾਂ ਨਹੀਂ ਹੋ ਕਿ ਉਹਨੂੰ ਦੁਸ਼ਮਣ ਬਣਾ ਕੇ ਦੂਸਰੇ ਪਾਸੇ ਕਟਹਿਰੇ 'ਚ ਖੜਾ ਕਰ ਲਓ। हाँ, फिर कहते हैं ब्राह्मण हमें अंधविश्वास में निष्ठा रखने के लिए तैयार करता है। बिल्कुल, मतलब वो दिमागी तौर पर तैयार करता कि असी अंधविश्वास जड़ा विश्वास रखिए। वो खुद आरामदायक जीवन जी रहा है, तुम्हें अछूत कहकर निंदा करता है और आपको सावधान करता हूँ कि उनका विश्वास मत करो। ब्राह्मणवाद का, ब्राह्मण लोगों का ਜਿਹੜਾ ਵਿਚਾਰਧਾਰਾ ਜਿਹੜੀ ਉਹਨਾਂ ਦੀ ਹੈਗੀ ਉਹਦਾ ਪ੍ਰਚਾਰ ਕਰਦੇ ਆ, ਉਹਦੇ ਵਿੱਚ ਵਿਸ਼ਵਾਸ नहीं करना। फिर वो कहते हैं ब्राह्मणों ने हमें शास्त्रों और पुराणों की सहायता से गुलाम बनाया है। बिल्कुल, अपनी स्थिति मजबूत करने के लिए मंदिर, ईश्वर और देवताओं की रचना की है ना। सभी मनुष्य समान रूप से पैदा हुए हैं, तो फिर अकेले ब्राह्मण उच्च व अन्य को नीच कैसे ठहराया जा सकता है? बिल्कुल बिल्कुल, मतलब ये प्यार जी सवाल पूछते हैं, सारे पूछते हैं, ब्राह्मणों भी पूछते हैं, बाकी लोगों भी पूछते हैं ਜਿਹੜੇ ਉਹਨਾਂ ਦੇ फॉलोअर्स भी है कि नहीं। आप अपनी मेहनत की गाढ़ी कमाई क्यों इन मंदिरों में लौटाते हो? क्या कभी ब्राह्मणों ने इन मंदिरों, तालाबों या अन्य परोपकारी संस्थाओं के लिए 1 रुपया भी दान दिया है? मतलब वो तो दिंदे नहीं है, सिर्फ इकट्ठा ही करते हैं। फिर वो कहते भी हमारे देश को आज़ादी तभी मिली, समझनी चाहिए, जब ग्रामीण लोग देवता, अधर्म, जाति और अंधविश्वास से छुटकारा पा जाएंगे। बिल्कुल, नहीं अदरवाइज हाले तक वो आज़ादी नहीं है। दिमागी आज़ादी जी है वो बहुत ज़रूरी है। आज विदेशी लोग दूसरे ग्रहों पर संदेश और अंतरिक्ष यान भेज रहे हैं। मैं मैसेजेस भेजते हैं या अपने रॉकेट भेजते हैं, उत्थे घर बनाने दे सोचते हैं। हम ब्राह्मणों द्वारा श्राद्धों में परलोक में बसे अपने पूर्वजों को चावल और खीर भेज रहे हैं। हाँ, क्या ये बुद्धिमानी है? ये अकलमंदी है? कहते पूछते सवाल करते हैं, अपन सारे सोचना चाहिए भी असं हाले भी श्राद्ध ही कराई जाते, उन्होंने चौल भेजे जाते, उत्थे भुखे बैठे हो भला है कि नहीं। मतलब ये एक सवाल है जिहदे उत्ते मतलब देखना चाहिए। हाँ जी, हेलो जी, गुरुदेव भाजी। हाँ जी, कौन साहब जी? मैं जनाब दविंदर मलसिया बोलदा जी, लंडन तो। हाँ जी, थोड़ा स्वागत है जी कांची टीवी ते। की कहना चाਹੁੰਦੇ? हाँ जी भाजी, गल ये आ कि ਜਿਹੜਾ भी इंसान हाँ जी जाति और जिद्दां कह लो जातियां विच पैंदा वा, मैं कहना उस तो भैड़ा बंदा कोई हो ही नहीं सकता भाजी। थैंक यू जी। हेलो, हाँ जी हाँ जी हाँ जी, उस बंदे तो कोई भैड़ा बंदा हो ही नहीं सकता, तुहानूं दस दी। हाँ जी, वो तो समाज लिए एक कोड़ आ जी अज दे टाइम ते जी। हाँ जी, पर ਜਿਹੜੇ ਬੰਦੇ ਐਵੇਂ ਸੋਚਦੇ ਆ ਇਹ ਬਹੁਤ ਗਲਤ ਸੋਚਦੇ ਆ। ਰੱਬ ਨੇ ਇਨਸਾਨ ਬਣਾਇਆ, ਇੱਕ ਬਣਾਇਆ। ਹਾਂਜੀ, ਸੋ ਉਹਨਾਂ ਦੀ ਸੋਚ ਬਹੁਤ ਗਲਤ ਆ ਤੇ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ, ਚਾਹੇ ਕੋਈ, ਉਹ ਤਾਂ ਅਸੀਂ ਬਣਾਏ ਆ ਨਾ। ਹਾਂਜੀ ਜੀ, ਤੇ ਇਸ ਕਰਕੇ ਹਰ ਬੰਦੇ ਨੂੰ ਇਨਸਾਨ ਦੀ ਕਦਰ ਕਰਨੀ ਚਾਹੀਦੀ ਆ, ਭਾਵੇਂ ਕਿਸੇ ਵੀ ਧਰਮ ਨਾਲ ਜੁੜਿਆ ਹੋਵੇ। ਹਾਂਜੀ, ਸੋ ਇਹ ਆ ਕਿ ਸਭ ਤੋਂ ਵੱਡਾ ਤਾਂ ਇਨਸਾਨ ਹੀ ਆ, ਤੇ ਜੇ ਸਮਝ ਹੋਵੇ ਤਾਂ ਇਨਸਾਨ ਤੋਂ ਉੱਤੇ ਕੋਈ ਨਹੀਂ ਹੈਗਾ। ਤੇ ਗੁਰੂ ਮਹਾਰਾਜ ਵੀ ਸਾਨੂੰ ਸਿੱਧਿਆਂ ਰਸਤਿਆਂ ਤੇ ਪਾਉਂਦੇ ਆ, ਪਰ ਸਾਨੂੰ ਸਮਝ ਨਹੀਂ ਆਉਂਦੀ ਕਿ ਇਦਾਂ ਦੇ ਬੰਦਿਆਂ ਨੂੰ ਸਮਝ ਕਿਉਂ ਨਹੀਂ ਆਉਂਦੀ। ਹਾਂਜੀ, ਸੋ ਜੈ ਗੁਰੂਦੇਵ, ਮਾਰਕ ਇਹਨਾਂ ਨੂੰ ਸਮੱਤਿਆ ਬਖਸ਼ੀਏ ਜੀ ਇਦਾਂ ਦੇ ਬੰਦਿਆਂ ਨੂੰ। ਸੋ ਥੈਂਕ ਯੂ ਭਾਜੀ ਤੁਹਾਡਾ ਬਹੁਤ ਬਹੁਤ। ਥੈਂਕ ਯੂ ਫॉर पार्टिसिपेशन। ਦੱਸਦੇ ਜਿਹੜੇ हाँ जी, बोलो बोलो। कहते ईश्वर की सत्ता स्वीकारने में किसी बुद्धिमत्ता की आवश्यकता नहीं पड़ती। भी जे रब नूं तुसीं मनना ਉਹਦੇ ਲਈ अकल की लोड़ नहीं पैंदी, मन लिया भी रब हैगा ते ਉਹ हैगा। लेकिन नास्तिक के लिए बड़े साहस, दृढ़ विश्वास की जरूरत पड़ती है। जे तुसीं ਉਹਦਾ इनकार करते हैं ਉਹਦੇ ਲਈ ਤੁਹਾਨੂੰ हौसला भी चाहिए, जो यकीन भी चाहिए कि ये स्थिति उन्हीं के लिए संभव है जिनके पास
तर्क या बुद्धि की शक्ति है। नास्तिक बंदे वही हो सकते जिन्हों को ਤਰਕਸ਼ੀਲਤਾ ਹੈਗੀ, ਜਿਹਦੇ ਕੋਲ ਤਰਕ ਵੀ ਹੈਗਾ ਔਰ ਜਿਹੜੇ ਦਿਮਾਗ ਇਸਤੇਮਾਲ ਕਰਦੇ ਆ, ਜਿਹੜੇ ਬੁੱਧੀਮਾਨ ਹੈਗੇ ਆ। ਲਕੀਰ ਦੇ ਫਕੀਰ ਨਹੀਂ ਹੈ, ਜਿਹੜੇ ਲਕੀਰ ਦੇ ਵਿੱਚ ਉਹ ਕਹਿੰਦੇ ਮੱਥਾ ਟੇਕ ਲਾ ਤਾਂ ਸਭ ਕੁਝ ਮਿਲ ਜਾਣਾ, ਕੋਈ ਗੱਲ ਨਹੀਂ ਹੈਗਾ। ਜੇ ਹਨੂਮਾਨ ਸੂਰਜ ਨੂੰ ਖਾ ਗਿਆ ਤਾਂ ਖਾ ਗਿਆ, ਕੋਈ ਗੱਲ ਨਹੀਂ, ਕੱਲ੍ਹ ਨੂੰ ਅਸੀਂ ਵੀ ਖਾਣ ਵਾਲੇ ਹੋ ਜਾਵਾਂਗੇ, ਹੈ ਨਾ। ਫਿਰ ਕਹਿੰਦਾ ब्राह्मणों के पैरों पर क्यों गिरना है, उसका कारण कि मतलब क्यों गिरना उन्होंने पैरों है कि नहीं। क्या ये मंदिर है, क्या ये त्यौहार हैं? नहीं, ये सब कुछ भी नहीं, ये सब कुछ भी नहीं है। हमें बुद्धिमान व्यक्ति की तरह व्यवहार करना चाहिए, यही प्रार्थना का सार है। मतलब ਜਿਹੜਾ ਹੈਗਾ ਸਾਨੂੰ ਅਕਲਮੰਦੀ ਆਪਣੀ ਬੁੱਧੀਮਤਾ ਜਿਹੜੀ ਹੈਗੀ ਆ ਤਰਕਸ਼ੀਲ ਹੋਣਾ ਚਾਹੀਦਾ, ਉਹ ਵਰਤਣੀ ਚਾਹੀਦੀ ਹੈਗੀ ਆ, ਕਰਕੇ ਇਹਨਾਂ ਦੇ ਵਿੱਚੋਂ ਕੁਝ ਨਹੀਂ ਨਿਕਲਣਾ। ਹਰ ਇੱਕ ਚੀਜ਼ ਨੂੰ ਪਰਚੋਲ ਕਰਕੇ ਉਹਨੂੰ ਅਪਣਾਓ ਜੀ। ਹਾਂਜੀ, ਕਹਿੰਦਾ ਫਿਰ ਉਹ ਦੱਸਦੇ ਬ੍ਰਾਹਮਣ ਦੇਵੀ ਦੇਵਤਾ ਜਿਹੜੇ ਉਹਨਾਂ ਕੋਲ ਹੈ ਕੀ ਆ। ਉਹ ਕਹਿੰਦਾ ब्राह्मण देवी देवता को देखो, एक देवता तो हाथ में पाला त्रिशूल उठाकर खड़ा है जी, दूसरा धनुषबाण, अन्य दूसरे देवी देवता कोई गुर्ज खंजर और टाल के साथ सुशोभित है। ये सब क्यों है? एक देवता तो हमेशा अपनी उंगली के ऊपर चारों तरफ चक्कर चलाता रहता है, ये किसको मारने के लिए है? मतलब जिन्ने देवी देवता हैगे आ करके वो हिंदू धर्म की गल करते, उन्होंने वास्ता जो हिंदू धर्म नाल, हिंदू देवी देवत्या नाल उन्होंने ही पिया, तो उन्होंने भी क्रिटिसाइज कर सकते हैं जिन्होंने मतलब उन्होंने तशद्दद दिते आ। कहते भी ਜਿਹੜੇ ਇੰਨੇ ਹਥਿਆਰ ਚੱਕੀ ਫਿਰਦੇ ਆ, ਇਹ ਕਾਹਦੇ ਵਾਸਤੇ, ਇਹਨਾਂ ਨੂੰ ਕਿਹਨੂੰ ਮਾਰਨਾ, ਸਮਝਦੇ ਨਾ। ਸੋ ਇਹ ਗੱਲ ਬੜੀ ਪੁਆਇੰਟ ਦੀ ਹੈਗੀ, ਸੋਚਣ ਵਾਲੀ ਗੱਲ ਹੈਗੀ ਆ। ਫਿਰ ਕਹਿੰਦੇ हम आजकल के समय में रह रहे हैं, क्या ये वर्तमान समय इन देवी देवताओं के लिए सही नहीं है? क्या वे अपने आप को आधुनिक हथियारों से लैस करने और धनुषवान के स्थान पर मशीन या बंदूक धारण क्यों नहीं करते? आजकल कहते उन्होंने नवी चीज़ों की लोड़ नहीं पैंदी। रथ को छोड़कर क्या कृष्ण टैंक पर सवार नहीं हो सकते? मैं पूछता हूँ कि जनता इस परमाणु युग में इन देवी देवताओं के ऊपर विश्वास करते हुए क्यों नहीं शर्माती? ਯਾਨੋ ਇਹ ਜਿਹੜੀ ਗੱਲ ਹੈਗੀ ਮੇਰੀ ਨਹੀਂ ਕਹੀ ਹੋਈ, ਯਾਨੋ ਜਿਹੜੇ ਮੈਂ ਤਾਂ ਪੜ੍ਹਦਾ ਹੈਗਾ, ਇਹ ਪਿਆਰ ਰਾਮਾ ਸਵਾਮੀ ਜੀ ਦੀਆਂ ਲਿਖਤਾਂ ਵਿੱਚ ਆ, ਉਹਨਾਂ ਨੇ ਗੱਲਾਂ ਕਹੀ ਹੋਈਆਂ, ਉਹਨਾਂ ਦੀ ਗੱਲ ਕੀਤੀ ਹੋਈ ਆ। ਔਰ ਇੱਕ ਕਿਤਾਬ ਨਹੀਂ ਹੈ, 20-25 ਕਿਤਾਬਾਂ, ਔਰ ਇਹ ਜਿਹੜੀ ਅਦਾਲਤ ਵਿੱਚ ਵੀ ਜਾ ਕੇ ਉਹਨਾਂ ਨੇ ਇਹ ਗੱਲਾਂ ਕਹੀ ਹੋਈਆਂ। फिर वो कहते उन देवताओं को नष्ट कर दो जो तुम्हें शूद्र कहें। उन देवताओं को नष्ट कर दो जो तुम्हें शूद्र कहें, उन प्राणों और इतिहास को ध्वस्त कर दो जो देवता को शक्ति प्रदान करते हैं। ਜਿਹੜੇ ਆਪਣੇ ਧਾਰਮਿਕ ਗ੍ਰੰਥ ਜੇ ਸੋ ਕਾਲ ਉਹਨਾਂ ਨੂੰ ਕਹਿੰਦੇ, ਮਤਲਬ ਜਿੱਦਾਂ ਬਾਬਾ ਸਾਹਿਬ ਨੇ ਮਨੁਸਮ੍ਰਿਤੀ ਸਾੜੀ ਸੀਗੀ, ਉਸ ਤਰੀਕੇ ਨਾਲ ਕਹਿੰਦੇ ਇਹਨਾਂ ਨੂੰ ਕਰ ਦੇਣਾ ਚਾਹੀਦਾ। ਉਸ ਦੇਵਤਾ की पूजा करो जो वास्तव में दयालु भला और बोधगम्य हो, मतलब बुद्धिमान हो, ਜਿਹੜਾ ਬੁੱਧ ਦੀ ਮਤਲਬ ਆਪਣੇ ਬੁੱਧੀਮਤਾ ਦੀ ਗੱਲ ਕਰੇ। ਹਾਂ, ਬਿਲਕੁਲ ਬਿਲਕੁਲ। ਸੋ ਇਹੋ ਜਿਹੇ ਵਿਚਾਰ ਜਿਹੜੇ ਬਹੁਤ ਥੈਂਕ ਯੂ, ਬੜਾ ਡਿਟੇਲ ਦੇ ਵਿੱਚ ਤੁਸੀਂ ਉਹਨਾਂ ਦੇ ਜੋ ਕੋਟੇਸ਼ਨਾਂ ਹੈਗੀਆਂ ਉਹ ਪੜ੍ਹ ਕੇ ਸੁਣਾਈਆਂ। ਔਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਸੀਗਾ, ਭੋਗਲ ਸਾਹਿਬ ਹੁਣ ਵੀ ਇਹ ਆ ਕਿ ਉਹ ਕੁਛ ਬਹੁਤ ਹੀ ਜਿਹੜਾ ਹੈਗਾ ਢੁਕਵਾਂ ਉਹਨਾਂ ਦੀ ਕਵਿਤਾ ਵੀ ਸੀ ਤੇ ਵਿਚਾਰ ਵੀ ਸੀਗੇ। ਦੋ ਇਨਸਾਨ ਜਿਹੜੇ ਆ ਉਹ ਉਹਨਾਂ ਦਾ ਟਾਕਰਾ ਮੋਹਨਦਾਸ ਕਰਮਚੰਦ ਗਾਂਧੀ ਨਾਲ ਹੋਇਆ ਜੀ, ਔਰ ਪਹਿਲਾਂ ਹੋਇਆ ਪਰਿਆਰ ਰਾਮਾ ਸਵਾਮੀ ਨਾਲ, ਔਰ ਉਸ ਤੋਂ ਬਾਅਦ ਡਾਕਟਰ ਭੀਮ ਰਾਓ ਅੰਬੇਦਕਰ ਨਾਲ। ਇਹ ਦੋਵੇਂ ਆਪਸ ਵਿੱਚ ਵੀ ਮਿਲੇ ਆ, ਬਾਬਾ ਸਾਹਿਬ ਔਰ ਪਰਿਆਰ ਰਾਮਾ ਸਵਾਮੀ। ਔਰ ਇੱਕ ਗੱਲ ਦੇ ਉੱਤੇ ਦੇਖੋ, ਦੋਹਾਂ ਦੇ ਮੰਨ ਲਓ ਵਿਚਾਰ ਇਹ ਸੀ ਕਿ ਜਾਤ ਪਾਤ ਖਤਮ ਹੋਣੀ ਚਾਹੀਦੀ ਆ। ਬਿਲਕੁਲ। ਔਰ ਪਰਿਆਰ ਰਾਮਾ ਸਵਾਮੀ ਨੇ ਵੀ ਇਹ ਮੋਹਨਦਾਸ ਕਰਮਚੰਦ ਗਾਂਧੀ ਨੂੰ ਕਹੀ, ਔਰ ਕਹੀ ਕਦੋਂ 1924 ਦੇ ਵਿੱਚ ਜੀ। ਔਰ ਉਹਦਾ ਜਵਾਬ ਉਹਨਾਂ ਨੇ ਇਹ ਦਿੱਤਾ ਕਿ ਮੈਂ ਜਾਤ ਪਾਤ ਛੂਆ-ਛਾਤ ਦੇ ਖਿਲਾਫ ਹਾਂ, ਪਰ ਮੈਂ ਵਰਨ ਅਵਸਥਾ ਜਿਹੜੀ ਆ ਉਹਦੇ ਹੱਕ 'ਚ ਹਾਂ, ਕਿਉਂਕਿ ਵਰਨ ਅਵਸਥਾ ਜਿਹੜੀ ਆ ਉਹ ਭਗਵਾਨ ਦੀ ਦਿੱਤੀ ਹੋਈ ਆ। ਦੈਟਸ ਰਾਈਟ। ਔਰ ਇਹ ਆ ਕਿ ਪਰਿਆਰ ਨੂੰ ਨਹੀਂ ਇਹ ਕਿਹਾ ਕਿ ਇਹਦਾ ਮਤਲਬ ਇਹ ਆ ਕਿ ਜਿਹੜੇ
ਛੋਟੇ ਲੋਕ ਜਿਨ੍ਹਾਂ ਨੂੰ ਤੁਸੀਂ ਬਣਾਏ ਆ ਉਹ ਜਿੰਨਾ ਚਿਰ ਉਹਨਾਂ ਚਿਰ ਉੱਚੇ ਨਹੀਂ ਹੋ ਸਕਦੇ, ਬਰਾਬਰ ਨਹੀਂ ਹੋ ਸਕਦੇ, ਜਿੰਨਾ ਚਿਰ ਤੁਸੀਂ ਆਪਣੀ ਜਿਹੜੀ ਆ ਹਕੂਮਤ ਨਹੀਂ ਛੱਡਦੇ ਵੀ ਅਸੀਂ ਉੱਚੇ ਆ ਜੀ। ਇਹਦਾ ਮਤਲਬ ਇਹ ਆ ਕਿ ਮੋਹਨਦਾਸ ਕਰਮਚੰਦ ਗਾਂਧੀ ਨੂੰ ਕਿਹਾ ਕਿ ਯੂ ਆਰ ਪ੍ਰੋਟੈਕਟਿੰਗ ਬ੍ਰਾਹਮਣ, ਉਹਨਾਂ ਦਾ ਜਿਹੜਾ ਰਾਈਟ ਟੂ ਬੀ ਗ੍ਰੇਟ ਉਹਨੂੰ ਪ੍ਰੋਟੈਕਟ ਕਰਦਾ। ਔਰ ਇਹੋ ਹੀ ਜਿਹੜੀ ਗੱਲ ਹੈਗੀ ਆ 1933 ਦੇ ਵਿੱਚ ਜੀ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਨੂੰ ਕਹੀ 32 ਦੇ ਵਿੱਚ, ਜਦੋਂ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਪਹਿਲੀ ਗੋਲਮੇਜ ਕਾਨਫਰੰਸ ਅਟੈਂਡ ਕਰਕੇ ਲੰਡਨ ਤੋਂ ਆਏ ਔਰ ਉਹ ਮੋਹਨਦਾਸ ਕਰਮਚੰਦ ਗਾਂਧੀ ਨੂੰ ਮਿਲਣ ਗਏ ਔਰ ਉਹਨਾਂ ਨੇ ਖੁਦ ਸੱਦਿਆ ਬਾਬਾ ਸਾਹਿਬ ਨੂੰ ਵੀ ਮੇਰੀ ਗੱਲ ਸੁਣ, ਕਿਉਂਕਿ ਬਾਬਾ ਸਾਹਿਬ ਨੇ ਜੋ ਕੁਛ ਉੱਥੇ ਲੰਡਨ ਦੇ ਵਿੱਚ ਸਪੀਚਾਂ ਦਿੱਤੀਆਂ, ਜੋ ਕੁਛ ਉਹਨਾਂ ਨੇ ਵਿਚਾਰ ਰੱਖੇ ਔਰ ਉਹਦੇ 'ਤੇ ਅਖਬਾਰਾਂ ਭਰੀਆਂ ਆ ਗਈਆਂ ਔਰ ਮੋਹਨਦਾਸ ਕਰਮਚੰਦ ਗਾਂਧੀ ਨੂੰ ਮਿਲਣ ਗਏ ਔਰ ਉੱਥੇ ਬਹੁਤ ਸਾਰੀਆਂ ਹੋਰ ਗੱਲਾਂ ਹੋਈਆਂ ਔਰ ਉਹਨਾਂ ਨੇ ਇੱਕੋ ਹੀ ਗੱਲ ਇਹੋ ਕਹੀ ਕਿ ਜਿਹੜੀ ਜਾਤ ਪਾਤ ਛੂਆ-ਛਾਤ ਇਹਨੂੰ ਖਤਮ ਕਰਨਾ ਚਾਹੀਦਾ। ਮੋਹਨਦਾਸ ਕਰਮਚੰਦ ਗਾਂਧੀ ਨੂੰ ਕਿਹਾ ਕਿ ਮਹਾਤਮਾ ਜੀ ਆਹ ਖਤਮ ਹੋਣੇ ਚਾਹੀਦੇ ਆ। ਉਹਨਾਂ ਨੇ ਉਹੋ ਹੀ ਜਵਾਬ ਦਿੱਤਾ ਜੋ 1925 ਦੇ ਵਿੱਚ ਪ੍ਰਿਆ ਰਾਮਾਸਵਾਮੀ ਨੂੰ ਦਿੱਤਾ ਕਿ ਮੈਂ ਛੂਆ-ਛਾਤ ਔਰ ਜਾਤ ਪਾਤ ਦੇ ਖਿਲਾਫ ਹਾਂ, ਪਰ ਵਰਨ ਵਿਵਸਥਾ ਜਿਹੜੀ ਆ ਉਹ ਜਾਤ ਪਾਤ ਦਾ ਦੂਜਾ ਨਾਂ ਆ ਹਿੰਦੀ ਦੇ ਵਿੱਚ ਵਰਨ ਵਿਵਸਥਾ, ਜਾਤ ਪਾਤ ਦੀ ਮਾਂ ਉਹ ਆ ਵਰਨ ਵਿਵਸਥਾ। ਹਾਂ ਔਰ ਇਹ ਖੁਦਾ ਦੀ ਦੇਣ ਹੈ, ਭਗਵਾਨ ਦੀ ਦੇਣ ਹੈ। ਇਹ ਵਰਨ ਵਿਵਸਥਾ ਜਿਹੜੀ ਹੈਗੀ ਆ ਇਹਦੇ ਮੈਂ ਹੱਕ 'ਚ ਹਾਂ ਜੀ, ਮੈਂ ਇਹਨੂੰ ਉਠਾਉਣ ਲਈ ਮੈਂ ਭਗਵਾਨ ਦੇ ਖਿਲਾਫ ਨਹੀਂ ਹੋ ਸਕਦਾ। ਇਹ ਉੱਪਰੋਂ ਉਹਨਾਂ ਨੇ ਦਿੱਤੀ ਹੋ। ਦੇਖੋ ਨਾ ਅੱਜ ਗੱਲ ਕਈ ਲੋਕ ਕਹਿੰਦੇ ਆ ਕਿ ਮੋਹਨਦਾਸ ਕਰਮਚੰਦ ਗਾਂਧੀ ਨੇ ਬਹੁਤ ਕੁਝ ਕੀਤਾ ਅਛੂਤਾਂ ਲਈ, ਪਰ ਮੈਂ ਇਹ ਗੱਲ ਬਿਲਕੁਲ ਕਲੈਰੀਫਾਈ ਕਰਨੀ ਚਾਹੁੰਦਾ ਹਾਂ। ਕੋਈ ਵੀ ਇਸ ਗੱਲ ਦੇ ਉੱਤੇ ਡਿਬੇਟ ਕਰਨੀ ਚਾਹੇ ਤਾਂ ਬਿਲਕੁਲ ਕਰ ਲਵੇ। ਉਹ ਇਹ ਹੈਗੀ ਆ ਕਿ ਉਹ ਬਿਲਕੁਲ ਛੂਆ-ਛਾਤ ਨੂੰ ਰੱਖਣਾ ਚਾਹੁੰਦੇ ਸਨ। ਉਹ ਇੱਕ ਢੌਂਗ ਰਚਦੇ ਸਨ ਮਦਾਰੀ ਦੀ ਤਰ੍ਹਾਂ। ਹਾਂਜੀ, ਬਾਬਾ ਸਾਹਿਬ ਨੇ ਵੀ ਖੁਦ ਉਹਨਾਂ ਨੂੰ ਕਿਹਾ ਕਿ ਇਹ ਜਗਲਰ ਹੈ, ਮਿੱਠੀ ਜ਼ਬਾਨ ਔਰ ਬਗਲ ਮੇਂ ਛੁਰੀ, ਮੁਖ ਮੇਂ ਰਾਮ ਰਾਮ ਬਗਲ ਮੇਂ ਛੁਰੀ। ਜੇਕਰ ਕਿਸੇ ਨੂੰ ਟੋਲਣਾ ਹੋਵੇ ਤਾਂ ਉਹ ਇੰਡੀਆ ਦੇ ਵਿੱਚ ਮੋਹਨਦਾਸ ਕਰਮਚੰਦ ਗਾਂਧੀ ਨੂੰ ਟੋਲ ਲਵੇ। ਔਰ ਇਹ ਜਿਹੜੀ ਆ ਦੋਏ ਗੱਲਾਂ ਦੇਖੋ, ਉਹਨਾਂ ਦੀ ਥਿਊਰੀ ਜਿਹੜੀ ਸੀਗੀ ਔਰ ਪ੍ਰੈਕਟੀਕਲ ਜੋ ਕੁਛ ਸੀਗਾ। ਥਿਊਰੀ ਇਹ ਸੀਗੀ ਕਿ ਜਾਤ ਪਾਤ ਰੱਖਣੀ ਆ, ਛੂਤ-ਛਾਤ ਰੱਖਣੀ ਆ ਔਰ ਉੱਚਾ ਨੀਵਾਂ ਰੱਖਣਾ ਹੈਗਾ ਔਰ ਵਰਨ ਵਿਵਸਥਾ ਜਿਹੜੀ ਭਗਵਾਨ ਦੀ ਦਿੱਤੀ ਉਹ ਭਗਵਾਨ ਦੇ ਖਿਲਾਫ ਨਹੀਂ ਜਾਣਾ। ਇਹ ਇੱਕ ਬਹੁਤ ਫਰਕ ਵਾਲੀ ਗੱਲ, ਬਹੁਤ ਪਚੀਦਾ ਗੱਲ ਹੈਗੀ ਆ। ਇਹ ਦੇਖ ਲਓ 1925 ਤੋਂ ਲਾ ਕੇ 32 ਤੱਕ 7 ਸਾਲ ਬਾਅਦ ਬਾਬਾ ਸਾਹਿਬ ਨੂੰ ਫਿਰ ਗੱਲ ਕਹੀ। ਹੈਲੋ ਜੀ, ਜੈ ਗੁਰਦੇਵ, ਜੈ ਭੀਮ, ਕੌਣ ਤੇ ਕਿਤੋਂ ਸਾਹਿਬ ਜੀ। ਹਾਂਜੀ ਹਾਂਜੀ, ਜੈ ਗੁਰਦੇਵ। ਮੈਂ ਭਾਜੀ ਦਵਿੰਦਰ ਭਾਜੀ ਜਿਹੜਾ ਤੁਸੀਂ ਸ਼ਬਦ ਕਹਿੰਦੇ ਪਿਆ ਨਾ ਹਾਂਜੀ ਗਾਂਧੀ ਵਾਸਤੇ ਜੀ, ਹਾਂਜੀ ਮੈਂ ਭਾਜੀ 110% ਤੁਹਾਡੇ ਨਾਲ ਸਹਿਮਤ ਹਾਂ ਭਾਜੀ, 110%। ਇਹਨਾਂ ਨੇ ਐਸੇ ਕੰਮ ਕੀਤੇ ਹੋਏ ਆ ਜਿਨ੍ਹਾਂ ਦੇ ਰਿਜ਼ਲਟ ਸਾਨੂੰ ਅੱਜ ਭੋਗਣੇ ਪੈ ਰਹੇ ਭਾਜੀ, ਤੁਹਾਨੂੰ ਦੱਸ ਜੀ। ਔਰ ਇਸੇ ਕਰਕੇ ਇਹਨੂੰ ਗੱਡੀ ਨੱਥੂਰਾਮ ਗੌਡ ਨੇ ਚਾੜਿਆ ਸੀਗਾ। ਮੈਂ ਤਾਂ ਨੱਥੂਰਾਮ ਗੌਡ ਨੂੰ ਸ਼ਾਬਾਸ਼ ਦਿੰਦਾ ਭਾਜੀ, ਤੁਹਾਨੂੰ ਦੱਸਦੀ। ਥੈਂਕ ਯੂ ਭਾਜੀ, ਥੈਂਕ ਯੂ। ਹਾਂਜੀ, ਤੁਸੀਂ ਕੋਈ ਕਹਿੰਦੇ ਮਤਲਬ ਇਹ ਹੈ ਰਿਆਰ ਜੀ ਕਹਿੰਦੇ ਵੀ ਜਿਹੜਾ ਰੱਬ ਆ ਕੀ ਬਹੁਤ ਕਮਜ਼ੋਰ ਆ। ਜਦੋਂ ਜ਼ੁਲਮ ਹੁੰਦਾ ਗਰੀਬਾਂ ਦੇ ਉੱਤੇ ਉਦੋਂ ਉਹ ਕੁਝ ਕਰਦਾ ਨਹੀਂ ਹੈਗਾ, ਜਦੋਂ ਅਰਦਾਸਾਂ ਬਥੇਰੀਆਂ ਕਰਦੇ ਹੈਗੇ। ਗੁਰੂ ਨਾਨਕ ਦੇਵ ਜੀ ਵੀ ਇਹੋ ਗੱਲ ਕਹੀ ਕਿ ਉਹ ਬੋਲਾ ਆ, ਕੰਨਾਂ ਤੋਂ ਉਹਨੂੰ ਸੁਣਦਾ ਨਹੀਂ, ਜਦੋਂ ਉਹਨੂੰ ਅਰਦਾਸਾਂ ਕਰਦੇ ਉਹਨੂੰ ਹਾਕਾਂ ਮਾਰਦੇ ਆ। ਕਿਹਾ ਬਾਬਰ ਬਾਣੀ ਪਈ ਏਤੀ ਮਾਰ ਪਈ ਕੁਰਲਾਣੇ ਤੈ ਕੀ ਦਰਦ ਨਾ ਆਇਆ, ਪਈ ਹੁਣ ਤਾਂ ਤਰਸ ਕਰੋ, ਸਖਤਾ ਸਖਤੇ ਕੋ ਮਾਰੇ ਤਾਂ ਮਨ ਦੋਸ਼ ਨਾ ਕੋਈ ਹੈ ਜੀ। ਹਾਂਜੀ ਸੌਰੀ। ਦੇਖੋ ਆਪਾਂ ਪ੍ਰੋਗਰਾਮ ਹੈਗਾ, ਕਈ ਵਾਰੀ ਇਦਾਂ ਲੱਗਦਾ ਕਿ ਕੋਈ ਨਾ ਕੋਈ ਸ਼ਾਇਦ ਕਿਸੇ ਪਾਰਟੀਕੂਲਰ ਕਮਿਊਨਿਟੀ ਦੇ ਪਾਰਟੀਕੂਲਰ ਬੰਦਿਆਂ ਦੇ ਪਾਰਟੀਕੂਲਰ ਕਾਸਟ ਦੇ ਅਗੇਂਸਟ ਵੀ ਆਰ ਨਾਟ। ਬਿਲਕੁਲ ਅੱਜ ਤਾਂ ਜਿਹੜੇ ਸਮਾਜ ਵਿੱਚ ਜੋ ਵਿਚਰਦਾ ਹੈਗਾ, ਜੋ ਗਲਤ ਹੋ ਰਿਹਾ ਅਸੀਂ ਉਹਦੀ ਚਰਚਾ ਕਰਦੇ ਆ, ਉਹ ਤੋਂ ਲੋਕਾਂ ਨੂੰ ਸੁਚੇਤ ਕਰਦੇ, ਜਾਗਰੂਕ ਕਰਦੇ ਆ ਜੋ ਗਲਤ ਹੋ ਰਿਹਾ। ਕਿਸੇ ਦੇ ਅਗੇਂਸਟ ਨਹੀਂ ਹੈ। ਅਸੀਂ ਚਾਹੁੰਦੇ ਕਿ ਸਮਾਜ ਜਿਹੜਾ ਹੈ ਉਹਦੇ ਵਿੱਚ ਆਜ਼ਾਦੀ, ਬਰਾਬਰਤਾ, ਭਾਈਚਾਰਾ ਔਰ ਨਿਆਂ ਸਾਰਿਆਂ ਵਾਸਤੇ ਹੋਵੇ, ਨਾਟ ਫॉर ਵਨ ਕਮਿਊਨਿਟੀ। ਪਰ ਦੂਸਰੇ ਪਾਸੇ ਜਦੋਂ ਆਪਾਂ ਗੱਲ ਕਰਦੇ ਕੋਈ ਆਪਣੇ ਜਦੋਂ ਬ੍ਰਾਹਮਣ ਕਹਿੰਦਾ, ਕੋਈ ਵੀ ਹੋਵੇ, ਜਦੋਂ ਆਪਣੇ ਨੂੰ ਬ੍ਰਾਹਮਣ ਕਹਿੰਦਾ ਤਾਂ ਉਹਦਾ ਮਤਲਬ ਕੀ ਆ? ਮਾੜਾ ਜਿਹਾ ਰੁਕਿਓ, ਮੇਰੇ ਗੱਲ ਯਾਦ ਆ ਗਈ, ਇੱਥੇ ਰੁਕਿਓ। ਇਹ ਭੋਗਲ ਸਾਹਿਬ ਨੇ ਇਹ ਕਹੀ ਕਿ ਸਤੀ ਪ੍ਰਥਾ ਸੀ ਜੀ, ਜਨਾਨੀ ਨੂੰ ਫੜ ਕੇ ਅੱਗ 'ਚ ਸੁੱਟ ਦਿੰਦੇ ਸੀ ਜੀ, ਅੱਗ ਲੱਗ ਗਈ, ਮਰ ਗਈ ਉਹ ਤਾਂ। ਪਰ ਇੱਕ ਸੋਚਣ ਵਾਲੀ ਗੱਲ ਹੈ ਭੋਗਲ ਸਾਹਿਬ ਜੀ, ਜੇ ਸੁਣਦੇ ਆ
ਕਿ ਸੁੱਟਣ ਵਾਲਿਆਂ ਦੀ ਮੈਂਟੈਲਿਟੀ ਕਿਹੋ ਜਿਹੀ ਹੋਏਗੀ। ਬਿਲਕੁਲ ਬਿਲਕੁਲ। ਉਹਨਾਂ ਦੀ ਸੋਚ ਕਿਹੋ ਜਿਹੀ ਹੋਵੇਗੀ, ਉਹਨਾਂ ਦਾ ਦਿਮਾਗ ਕਿਹੋ ਜਿਹਾ ਹੋਏਗਾ, ਕਿੰਨੇ ਕਰੂਲ ਹੋਣਗੇ ਉਹ। ਔਰ ਜਿਹੜੇ ਬੱਚੀ ਹੈਗੀ ਆ 8-10 ਸਾਲ ਦੀ, ਉਹ ਵਿਧਵਾ ਹੋ ਜਾਂਦੀ ਆ, ਉਹਨਾਂ ਨੂੰ ਮੰਦਰਾਂ ਦੇ ਵਿੱਚ ਭੇਜ ਦਿੰਦੇ ਸੀ ਔਰ ਉੱਥੇ ਮੂਰਤੀ ਦੇ ਨਾਲ ਵਿਆਹ ਕਰਕੇ ਉਹਨਾਂ ਨੂੰ ਦਾਸੀਆਂ ਦੀ ਜਿਹੜੀ ਆ ਉਹ ਉਪਾਧੀ ਦਿੰਦੇ ਸੀ, ਨਾਂ ਦਿੰਦੇ ਸੀ। ਔਰ ਫਿਰ ਉਹਨਾਂ ਦੇ ਬੱਚੇ ਵੀ ਹੁੰਦੇ ਸੀ ਮੰਦਰਾਂ ਦੇ ਵਿੱਚ, ਕਿੱਥੋਂ ਆਉਂਦੇ ਸੀ। ਔਰ ਉਹਨਾਂ ਬੱਚਿਆਂ ਨੂੰ ਕੀ ਕਹਿੰਦੇ ਸੀਗੇ, ਇਹ ਹਰੀਜਨ ਹੈ, ਜਿਹੜਾ ਰਾਸ਼ਟਰਪਿਤਾ ਮੋਹਨਦਾਸ ਕਰਮਚੰਦ ਗਾਂਧੀ ਨੇ ਦਿੱਤਾ ਕਿ ਹਰੀਜਨ। ਬਾਬਾ ਸਾਹਿਬ ਕਹਿੰਦੇ ਬਾਕੀ ਬੰਦਰ ਕੀ ਔਲਾਦ ਹੈ ਦੇਖੋ ਨਾ ਵੀ ਇਹ ਤਾਂ ਹਰੀਜਨ ਦੇ ਬੱਚੇ ਹੋ ਗਏ। ਹਾਂਜੀ ਸੌਰੀ ਮੈਂ ਦੱਸ ਓਕੇ, ਆਪਣਾ ਹੁਣ ਟਾਈਮ ਹੋ ਗਿਆ। ਮਤਲਬ ਮੈਂ ਇਹੀ ਕਹਿੰਦਾ ਕਿ ਜੇ ਕੋਈ ਆਪਣੇ ਆਪ ਨੂੰ ਬ੍ਰਾਹਮਣ ਕਹਿੰਦਾ ਆ, ਇਹ ਉਹ ਦੂਸਰਿਆਂ ਨੂੰ ਕੀ ਸਮਝਦਾ, ਉਹਦਾ ਮਤਲਬ ਉਹਨਾਂ ਨੂੰ ਨੀਚ ਸਮਝਦਾ, ਉਹਨਾਂ ਨੂੰ ਘਟੀਆ ਸਮਝਦਾ, ਆਪਣੇ ਆਪ ਨੂੰ ਸੁਪਰੀਮ ਸਮਝਦਾ, ਮਤਲਬ ਫਰਕ ਕਰਦਾ। ਉਹ ਜਿਹੜਾ ਆਪਣੇ ਆਪ ਨੂੰ ਫੰਨੇ-ਖਾਂ ਸਮਝਦਾ, ਦੂਸਰਿਆਂ ਨੂੰ ਘੱਟ ਸਮਝਦਾ ਹੈਗਾ, ਉਹਦੇ ਪ੍ਰਤੀ ਕੀ ਨਜ਼ਰੀਆ ਹੋ ਸਕਦਾ ਲੋਕਾਂ ਦਾ। ਬਿਲਕੁਲ ਬਿਲਕੁਲ। ਚਲੋ ਇਹ ਬ੍ਰਾਹਮਣ ਨੂੰ ਵੀ ਸੋਚਣਾ ਚਾਹੀਦਾ ਔਰ ਜਿਹੜੇ ਉਹਦੀ ਵਿਚਾਰਧਾਰਾ ਨੂੰ ਪ੍ਰਮੋਟ ਕਰਦੇ ਉਹਨਾਂ ਨੂੰ ਵੀ ਸੋਚਣਾ ਚਾਹੀਦਾ। ਇਹ ਸਮਾਜ ਵਾਸਤੇ ਠੀਕ ਨਹੀਂ ਹੈ। ਪਿਆਰੇ ਦਰਸ਼ਕੋ, ਟਾਈਮ ਖਤਮ ਹੋ ਗਿਆ। ਅਖੀਰ ਵਿੱਚ ਅਸੀਂ ਇੱਕ ਗੱਲ ਪਹਿਲਾਂ ਹੀ ਭੁੱਲ ਗਏ ਸੀ ਕਿ ਪ੍ਰਿਆ ਰਾਮਾ ਸਵਾਮੀ ਨੂੰ ਅੱਜ ਉਹਨਾਂ ਦਾ ਜਨਮ ਦਿਨ ਹੈ। ਉਹਨਾਂ ਨੂੰ 17 ਤਰੀਕ ਨੂੰ ਪਰਸੋਂ ਨੂੰ ਅਸੀਂ ਮਨਾ ਰਹੇ ਹਾਂ। ਉਹਨਾਂ ਨੂੰ ਕੋਟੀ ਪ੍ਰਣਾਮ। ਔਰ ਉਹਨਾਂ ਦਾ ਜੋ ਦੇਣ ਹੈਗੀ ਆ, ਅਸੀਂ ਸਮਝਦੇ ਹਾਂ ਕਿ ਉਹ ਦੁਨੀਆ ਲਈ ਬੜੀ ਫਾਇਦੇਮੰਦ ਹੈ ਜੀ, ਔਰ ਸੱਚੇ ਸੁੱਚੇ ਸਮਾਜ ਲਈ ਬਹੁਤ ਇੱਕ ਮਿਸਾਲ ਹੈ, ਜੀਵਨ ਰਾਹ ਹੈ। ਅਪਣਾਇਆ ਜਾਵੇ ਤਾਂ ਇਸੇ ਕਰਕੇ ਮਦਰਾਸ ਔਰ ਕੇਰਲਾ ਜਿਹੜਾ, ਉੱਥੇ ਨਾ ਕਾਂਗਰਸ ਨਾ BJP ਕਦੀ ਵੜ ਨਹੀਂ ਸਕੀ। ਹੁਣ ਸਾਡੇ ਦੋਹਾਂ ਵੱਲੋਂ ਜੈ ਗੁਰਦੇਵ, ਜੈ ਭੀਮ, ਜੈ ਭਾਰਤ। ਥੈਂਕ ਯੂ। ਅਗਲੇ ਹਫ਼ਤੇ ਫਿਰ ਮਿਲਾਂਗੇ।